ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਲੇਖਕ ਡਾਕਟਰ ਟੀ.ਆਰ. ਸ਼ਰਮਾ ਦੀਆਂ ਬਾਲ ਕਹਾਣੀਆਂ, ਨਿੱਕੀਆਂ ਕਹਾਣੀਆਂ, ਵੱਡੇ ਵਿਚਾਰ। ਪਹਿਲੀ ਕਹਾਣੀ। ਇੱਕ ਮੂਰਖ ਤੇ ਬੁੱਧੀਹੀਨ ਕਹਾਉਣ ਵਾਲਾ ਬੱਚਾ ਵਿਆਕਰਨ ਦਾ ਮਾਹਰ ਕਿਵੇਂ ਬਣਿਆ। ਪ੍ਰਾਚੀਨ ਭਾਰਤ ਵਿੱਚ ਅਫਗਾਨਿਸਤਾਨ ਦੇ ਇੱਕ ਪਿੰਡ 'ਚ ਇੱਕ ਬੱਚਾ ਪਾਣਿਨੀ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਸੀ। ਉਹਦੇ ਪਿਤਾ ਦਾ ਮਨ ਬਹੁਤ ਵਿਦਵਾਨ ਬਣਨ ਦਾ ਸੀ, ਪਰ ਪਿੰਡ 'ਚ ਕੋਈ ਵੀ ਪੜ੍ਹਾਉਣ ਵਾਲਾ ਨਹੀਂ ਸੀ। ਇਸ ਲਈ ਉਹ ਭਾਰਤ ਦੇ ਸ਼ਹਿਰ ਕਾਸ਼ੀ, ਬਨਾਰਸ ਨੂੰ ਚਲੇ ਗਿਆ ਸੀ। ਜਦੋਂ ਪਾਣਿਨੀ 5 ਸਾਲ ਦਾ ਹੋਇਆ, ਉਹਦੇ ਮਾਤਾ ਜੀ ਨੇ ਉਹਨੂੰ ਸਕੂਲ ਦਾਖਲ ਕਰਵਾ ਦਿੱਤਾ। 4 ਕੁ ਮਹੀਨਿਆਂ ਤੋਂ ਬਾਅਦ ਪਾਣਿਨੀ ਦੇ ਮਾਤਾ ਜੀ ਅਧਿਆਪਕ ਕੋਲੇ ਪੁੱਛਣ ਗਏ ਕਿ ਪਾਣਿਨੀ ਪੜ੍ਹਨ 'ਚ ਕੈਸਾ ਹੈ। ਅਧਿਆਪਕ ਨੇ ਮੱਥਾ ਠੋਕਦੇ ਹੋਏ ਕਿਹਾ, ਭੈਣ ਜੀ, ਮੈਨੂੰ ਇਹ ਕਹਿੰਦਿਆਂ ਦੁੱਖ ਹੋ ਰਿਹਾ ਕਿ ਪਾਣਿਨੀ ਬਿਲਕੁਲ ਮੂਰਖ ਹੈ, ਬੁੱਧੀਹੀਨ ਹੈ। ਪੜ੍ਹਨ ਲਿਖਣ ਵਾਲਾ ਦਿਮਾਗ ਹੀ ਰੱਬ ਨੇ ਇਹਨੂੰ ਨਹੀਂ ਦਿੱਤਾ। ਮੈਂ ਬੇਬਸ ਹਾਂ, ਮੈਂ ਬੜਾ ਹੀ ਜ਼ੋਰ ਲਗਾਇਆ, ਪਰ ਇਹਨੂੰ ਸੰਸਕ੍ਰਿਤ ਦੇ 4 ਅੱਖਰ ਵੀ ਪੜ੍ਹਾ ਨਹੀਂ ਸਕਿਆ। ਉਦਾਸ ਹੋ ਕੇ ਮਾਂ ਪਾਣਿਨੀ ਨੂੰ ਇੱਕ ਜੋਤਸ਼ੀ ਕੋਲ ਲੈ ਗਈ ਤੇ ਬੇਨਤੀ ਕੀਤੀ ਕਿ ਪਾਣਿਨੀ ਦਾ ਹੱਥ ਵੇਖ ਕੇ ਦੱਸਣ ਕਿ ਕੀ ਮੇਰਾ ਬੇਟਾ ਪੜ੍ਹ ਵੀ ਸਕਦਾ ਹੈ ਕਿ ਨਹੀਂ। ਜੋਤਸ਼ੀ ਨੇ ਪਾਣਿਨੀ ਦਾ ਹੱਥ ਵੇਖਿਆ ਤੇ ਕਿਹਾ, ਬੜੇ ਅਫਸੋਸ ਦੀ ਗੱਲ ਹੈ ਕਿ ਇਹਦੇ ਹੱਥ 'ਚ ਪੜ੍ਹਾਈ ਲਿਖਾਈ ਦੀ ਰੇਖਾ ਹੀ ਨਹੀਂ ਹੈ। ਇਹ ਮੂਰਖ ਹੈ, ਪੜ੍ਹਾਈ ਇਹਦੇ ਕਰਮਾਂ 'ਚ ਨਹੀਂ ਹੈ। ਮਾਂ ਵੀ ਰੋ ਪਈ ਤੇ ਪਾਣਿਨੀ ਵੀ ਅਥਰੂ ਕੇਰਨ ਲੱਗਾ। ਪਾਣਿਨੀ ਨੇ ਪੰਡਤ ਜੀ ਨੂੰ ਪੁੱਛਿਆ, ਜੀ ਪੜ੍ਹਾਈ ਦੀ ਰੇਖਾ ਹਥੇਲੀ 'ਚ ਕਿੱਥੇ ਹੁੰਦੀ ਹੈ ਤੇ ਕਿਹੋ ਜਿਹੀ ਹੁੰਦੀ ਹੈ। ਪੰਡਤ ਜੀ ਨੇ ਪਾਣਿਨੀ ਨੂੰ ਆਪਣਾ ਹੱਥ ਵਿਖਾਇਆ ਤੇ ਪੜ੍ਹਾਈ ਦੀ ਰੇਖਾ ਪਾਣਿਨੀ ਦੇ ਖੱਬੇ ਹੱਥ ਦੀ ਹਥੇਲੀ 'ਚ ਕਲਮ ਨਾਲ ਬਣਾ ਦਿੱਤੀ। ਪਾਣਿਨੀ ਨੇ ਫੈਸਲਾ ਕਰ ਲਿਆ ਸੀ ਕਿ ਉਹ ਰਾਤ ਨੂੰ ਜਦੋਂ ਮਾਂ ਜੀ ਸੌਂ ਜਾਣਗੇ, ਚਾਕੂ ਨਾਲ ਆਪਣੀ ਹਥੇਲੀ 'ਚ ਰੇਖਾ ਬਣਾ ਲਏਗਾ ਤਾਂ ਜੋ ਉਹਦੇ ਹੱਥ ਵਿੱਚ ਵੀ ਪੜ੍ਹਾਈ ਦੀ ਲਕੀਰ ਬਣ ਜਾਏ। ਮਸਾਂ ਹੀ ਰਾਤ ਪਈ। ਜਦੋਂ ਮਾਤਾ ਜੀ ਸੌਂ ਗਏ, ਪਾਣਿਨੀ ਨੇ ਚਾਕੂ ਤੇਜ਼ ਕਰ ਲਿਆ ਤੇ ਆਪਣੇ ਖੱਬੇ ਹੱਥ ਵਿੱਚ ਵਿੱਦਿਆ ਦੀ ਰੇਖਾ ਚਾਕੂ ਦੀ ਚੁੰਝ ਨਾਲ ਬਣਾਉਣ ਦਾ ਯਤਨ ਕੀਤਾ। ਨਤੀਜੇ ਵਜੋਂ ਉਹਦੇ ਹੱਥ 'ਚੋਂ ਲਹੂ ਵਗਣ ਲੱਗ ਪਿਆ। ਪੀੜ ਨਾਲ ਵੀ ਪਾਣਿਨੀ ਦੁਖੀ ਹੋ ਗਿਆ। ਉਹਨੇ ਲਕੀਰ ਨੂੰ ਮੁਕੰਮਲ ਨਾ ਕੀਤਾ। ਲਹੂ ਉੱਤੇ ਗਿੱਲੇ ਪਾਣੀ ਦੀ ਪੱਟੀ ਬੰਨ੍ਹ ਲਈ। ਬੜੀ ਮੁਸ਼ਕਿਲ ਨਾਲ ਖੂਨ ਵਗਣਾ ਬੰਦ ਹੋਇਆ। ਪਾਣਿਨੀ ਦੇ ਮੂੰਹੋਂ ਨਿਕਲਿਆ, ਪੜ੍ਹਾਈ ਦੀ ਰੇਖਾ ਬਣਾਉਣ ਨਾਲੋਂ ਸੌਖਾ ਹੈ ਮਿਹਨਤ ਕਰਨਾ ਤੇ ਮਿਹਨਤ ਕਰ ਕਰਕੇ ਸਿੱਖਣਾ। ਪਾਣਿਨੀ ਨੇ ਦੀਵਾ ਜਗਾਇਆ ਤੇ ਬਸਤੇ 'ਚ ਪੋਥੀ ਕੱਢ ਕੇ ਸਬਕ ਯਾਦ ਕਰਨ ਲੱਗਾ। ਸਾਰੀ ਰਾਤ ਉਹ ਸਬਕ ਹੀ ਯਾਦ ਕਰਦਾ ਰਿਹਾ। ਜਦੋਂ ਸੂਰਜ ਨਿਕਲਿਆ ਤਾਂ ਹੀ ਉਹਨੇ ਪੋਥੀ ਬੰਦ ਕੀਤੀ। ਜਲਦੀ ਮਿਹਨਤ ਬਾਹਰ ਆਈ। ਚੌਥੇ ਦਿਨ ਅਧਿਆਪਕ ਜੀ ਪਾਣਿਨੀ ਦੀ ਮਾਂ ਨੂੰ ਦੱਸਣ ਆਏ ਕਿ ਪਤਾ ਨਹੀਂ ਕਿਵੇਂ ਪਾਣਿਨੀ ਸਾਰੇ ਬੱਚਿਆਂ ਨਾਲੋਂ ਹੁਸ਼ਿਆਰ ਹੋ ਗਿਆ ਹੈ। ਮਾਂ ਨੇ ਖੁਸ਼ ਹੋ ਕੇ ਕਿਹਾ, ਸਾਰੀ ਰਾਤ ਪੜ੍ਹਦਾ ਰਹਿੰਦਾ, ਹੁਸ਼ਿਆਰ ਕਿਉਂ ਨਾ ਹੋਵੇ। ਉਹੋ ਹੀ ਪਾਣਿਨੀ ਸੰਸਕ੍ਰਿਤ ਭਾਸ਼ਾ ਦੇ ਵਿਆਕਰਨ ਦਾ ਮਹਾਨ ਆਚਾਰੀਆ ਬਣਿਆ। ਇੰਦਰਾ ਗਾਂਧੀ ਮੈਡਮ ਦੀ ਗੱਲ ਬਿਲਕੁਲ ਠੀਕ ਹੈ ਕਿ ਮਿਹਨਤ ਹਰ ਕੰਮ 'ਚ ਬੰਦੇ ਨੂੰ ਕਾਮਯਾਬ ਕਰਦੀ ਹੈ। ਮਿਹਨਤ ਦਾ ਸੰਸਾਰ 'ਚ ਕੋਈ ਬਦਲ ਨਹੀਂ ਹੈ। ਧੰਨਵਾਦ। ਅਗਲੀ ਕਹਾਣੀ ਹੈ, ਸੁਕਰਾਤ ਹਰ ਗੱਲ ਨਹੀਂ ਸੀ ਸੁਣਦਾ ਹੁੰਦਾ, ਪਰ ਕਿਉਂ। ਯੂਨਾਨ ਦੇਸ਼ 'ਚ 3 ਬਹੁਤ ਹੀ ਵਿਦਵਾਨ ਬੰਦੇ ਪੈਦਾ ਹੋਏ ਹਨ, ਜਿਨ੍ਹਾਂ ਨੇ ਕਈ ਉਪਯੋਗੀ ਪਰੰਪਰਾਵਾਂ ਦੇਸ਼ 'ਚ ਪਾਈਆਂ। ਸਭ ਤੋਂ ਵੱਡੇ ਤੇ ਸਭ ਤੋਂ ਬੁੱਧੀਮਾਨ ਬੰਦੇ ਦਾ ਨਾਂ ਸੁਕਰਾਤ ਸੀ। ਸੁਕਰਾਤ ਮਾਮੂਲੀ ਆਦਮੀ ਸੀ, ਪਰ ਉਹਦੀਆਂ ਗੱਲਾਂ ਸੁਣਨ ਬਹੁਤ ਲੋਕ ਹਰ ਰੋਜ਼ ਉਸ ਕੋਲ ਇਕੱਠੇ ਹੋ ਜਾਂਦੇ ਸਨ। ਸੁਕਰਾਤ ਦੇ ਚੇਲੇ ਪਲੈਟੋ ਨੂੰ ਅਫਲਾਤੂਨ ਵੀ ਕਿਹਾ ਜਾਂਦਾ ਸੀ। ਕਈ ਗੱਲਾਂ 'ਚੋਂ ਸੁਕਰਾਤ ਨੂੰ ਵੀ ਮਾਤ ਕਰ ਦਿੰਦਾ ਸੀ। ਅਫਲਾਤੂਨ ਦਾ ਚੇਲਾ ਸੀ ਅਰਸਤੂ, ਜਿਹੜਾ ਬਹੁਤ ਹੀ ਮੌਲਿਕ ਚਿੰਤਕ ਸੀ। ਅਸੀਂ ਇਸ ਕਹਾਣੀ 'ਚ ਸੁਕਰਾਤ ਦੀ ਵਿਦਵਤਾ ਭਰੀ ਘਟਨਾ ਦਾ ਜ਼ਿਕਰ ਕਰਾਂਗੇ। ਇੱਕ ਦਿਨ ਸੁਕਰਾਤ ਕੋਲ ਇੱਕ ਆਦਮੀ ਆਇਆ ਤੇ ਕਹਿਣ ਲੱਗਾ, ਜੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸ਼ਾਗਿਰਦ ਨੇ ਕੀ ਕਰਤੂਤ ਕੀਤੀ ਹੈ। ਸੁਕਰਾਤ ਨੇ ਕਿਹਾ, ਕੀ ਕੀਤਾ ਹੈ? ਦੱਸਣ ਤੋਂ ਪਹਿਲਾਂ ਤੂੰ ਮੇਰੇ 3 ਸਵਾਲਾਂ ਦੇ ਜਵਾਬ ਦੇ। ਤੇਰੇ ਉੱਤਰ ਸੁਣ ਕੇ ਹੀ ਮੈਂ ਫੈਸਲਾ ਕਰਾਂਗਾ ਕਿ ਤੇਰੀ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ। ਪਹਿਲਾਂ ਤੂੰ ਇਹ ਦੱਸ, ਜੋ ਮੇਰੇ ਚੇਲੇ ਨੇ ਕੀਤਾ ਹੈ ਸੱਚਮੁੱਚ ਹੀ ਕੀਤਾ ਹੈ। ਆਦਮੀ ਨੇ ਕਿਹਾ, ਮੈਂ ਦੇਖਿਆ ਤਾਂ ਨਹੀਂ, ਕੇਵਲ ਸੁਣਿਆ ਹੈ। ਗੱਲ ਠੀਕ ਵੀ ਹੋ ਸਕਦੀ ਹੈ ਤੇ ਗਲਤ ਵੀ। ਸੁਕਰਾਤ ਨੇ ਕਿਹਾ, ਤਾਂ ਤੂੰ ਇਹ ਦੱਸ ਕਿ ਜੋ ਨੇ ਕੀਤਾ ਹੈ ਚੰਗਾ ਹੈ ਜਾਂ ਮਾੜਾ ਹੈ। ਆਦਮੀ ਨੇ ਕਿਹਾ, ਯਕੀਨਨ ਹੀ ਮਾੜਾ ਹੈ। ਸੁਕਰਾਤ ਬੋਲਿਆ, ਹੁਣ ਤੂੰ ਇਹ ਦੱਸ ਕਿ ਜਿਹੜੀ ਗੱਲ ਤੂੰ ਮੈਨੂੰ ਦੱਸਣੀ ਚਾਹੁੰਦਾ ਹੈ
ਉਹਦਾ ਮੈਨੂੰ ਜਾਂ ਕਿਸੇ ਹੋਰ ਨੂੰ ਕੋਈ ਫਾਇਦਾ ਹੋ ਸਕਦਾ ਹੈ? ਬਿਲਕੁਲ ਨਹੀਂ, ਆਦਮੀ ਨੇ ਕਿਹਾ ਤੇ ਹੱਸ ਪਿਆ। ਸੁਕਰਾਤ ਨੇ ਕਿਹਾ, ਸੁਣੋ। ਸੁਕਰਾਤ ਕੇਵਲ ਸੱਚੀ, ਚੰਗੀ ਤੇ ਫਾਇਦੇਮੰਦ ਗੱਲ ਸੁਣਦਾ ਜਾਂ ਸੁਣਾਉਂਦਾ ਹੈ। ਝੂਠੀ, ਮਾੜੀ ਤੇ ਬੇਫਾਇਦਾ ਗੱਲ ਉਹ ਨਹੀਂ ਸੁਣਦਾ। ਅੱਗੋਂ ਤੋਂ ਖਿਆਲ ਰੱਖਣਾ, ਮੈਨੂੰ ਝੂਠ ਮੂਠ ਫਜ਼ੂਲ ਗੱਲ 'ਚ ਕੋਈ ਦਿਲਚਸਪੀ ਨਹੀਂ। ਧੰਨਵਾਦ। ਅਗਲੀ ਕਹਾਣੀ ਹੈ ਅਰਸਤੂ ਤੇ ਉਸਦਾ ਸ਼ਾਗਿਰਦ ਸਿਕੰਦਰ ਮਹਾਨ। ਮਕਦੂਨੀਏ ਦੇ ਰਾਜਾ ਫਿਲਿਪਸ ਨੇ ਆਪਣੇ ਬੇਟੇ ਸਿਕੰਦਰ ਨੂੰ ਪੜ੍ਹਾਉਣ ਲਈ ਮਹਾਨ ਟੀਚਰ ਅਰਸਤੂ ਨੂੰ ਨਿਯੁਕਤ ਕੀਤਾ ਹੋਇਆ ਸੀ। ਅਰਸਤੂ ਨੇ ਹਰ ਤਰ੍ਹਾਂ ਦੀ ਸਿੱਖਿਆ ਸਿਕੰਦਰ ਨੂੰ ਦਿੱਤੀ। ਸਿਕੰਦਰ ਬੜਾ ਅਕਲਮੰਦ, ਬਹਾਦਰ ਤੇ ਨਿਡਰ, ਰਿਸ਼ਟ-ਪੁਸ਼ਟ ਇਨਸਾਨ ਬਣ ਗਿਆ। ਬਾਦਸ਼ਾਹ ਫਿਲਿਪਸ ਨੇ ਮਕਦੂਨੀਆ ਦੀ ਹਕੂਮਤ ਵੀ ਸਿਕੰਦਰ ਦੇ ਹਵਾਲੇ ਕਰ ਦਿੱਤੀ, ਅਰਥਾਤ ਸਿਕੰਦਰ ਨੂੰ ਮਕਦੂਨੀਆ ਦਾ ਰਾਜਾ ਬਣਾ ਦਿੱਤਾ। ਦੋਨੋਂ ਸਿਕੰਦਰ ਤੇ ਅਰਸਤੂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਸਿਕੰਦਰ ਅਰਸਤੂ ਦੀ ਬਹੁਤ ਇੱਜ਼ਤ ਕਰਦਾ ਸੀ। ਸਿਕੰਦਰ ਨੇ ਇੱਕ ਵਿਚਾਰ ਬਣਾਇਆ ਕਿ ਸਾਰੀ ਦੁਨੀਆ ਨੂੰ ਹੀ ਕਿਉਂ ਨਾ ਜਿੱਤ ਕੇ ਆਪ ਦੁਨੀਆ ਦਾ ਰਾਜਾ ਬਣਿਆ ਜਾਏ। ਸਿਕੰਦਰ ਨੇ ਅਰਸਤੂ ਦੀ ਅਗਵਾਈ ਹੇਠ 15-20 ਦੇਸ਼ਾਂ ਨੂੰ ਜੰਗ 'ਚ ਜਿੱਤ ਕੇ ਆਪਣੇ ਅਧੀਨ ਕਰ ਲਿਆ। ਸਿਕੰਦਰ ਨੇ ਇੱਕ ਬਹੁਤ ਵੱਡੀ ਫੌਜ ਖੜੀ ਕਰ ਲਈ। ਇੱਕ ਦਿਨ ਸਿਕੰਦਰ ਤੇ ਅਰਸਤੂ ਇੱਕ ਜੰਗਲ 'ਚੋਂ ਲੰਘ ਰਹੇ ਸਨ। ਹੁਣ ਉਹ ਅਜਿਹੀ ਥਾਂ ਪਹੁੰਚ ਗਏ ਸੀ ਕਿ ਇੱਕ ਨਦੀ ਨੂੰ ਲੰਘ ਕੇ ਹੀ ਉਹ ਅੱਗੇ ਵੱਧ ਸਕਦੇ ਸੀ। ਅਰਸਤੂ ਨੂੰ ਇੱਕ ਟੁੱਟਾ ਜਿਹਾ ਲੱਕੜੀ ਦਾ ਪੁਲ ਨਦੀ ਤੇ ਬਣਿਆ ਵੇਖਿਆ। ਸਿਕੰਦਰ ਨੇ ਪੁਲ ਨੂੰ ਵੇਖਿਆ ਤੇ ਦੌੜ ਕੇ ਪੁਲ ਤੇ ਚੜ੍ਹ ਗਿਆ। ਅਰਸਤੂ ਨੇ ਉਹਨੂੰ ਰੋਕਿਆ ਤੇ ਕਿਹਾ, ਪਹਿਲਾਂ ਮੈਂ ਜਾ ਕੇ ਵੇਖਦਾ ਕਿ ਕੀ ਪੁਲ ਇੰਨਾ ਮਜ਼ਬੂਤ ਹੈ ਕਿ ਉਸ ਉੱਤੋਂ ਸੁਰੱਖਿਅਤ ਲੰਘਿਆ ਜਾ ਸਕਦਾ ਹੈ ਕਿ ਨਹੀਂ। ਜੇ ਕੋਈ ਹਾਦਸਾ ਹੋ ਗਿਆ ਤੇ ਰਾਜੇ ਦਾ ਮਰਨਾ ਦੇਸ਼ ਵਾਸਤੇ ਚੰਗਾ ਸਾਬਤ ਨਹੀਂ ਹੋਏਗਾ। ਨਾਲੇ ਅਜੇ ਦੁਨੀਆ ਨੂੰ ਜਿੱਤਣ ਦਾ ਤੇਰਾ ਸੁਪਨਾ ਪੂਰਾ ਹੋਣਾ ਬਾਕੀ ਹੈ। ਸਿਕੰਦਰ ਨਾਲ ਦਾ ਬਹਾਦਰ ਬਾਦਸ਼ਾਹ ਤੇ ਕਮਾਂਡਰ ਮੈਂ ਕਿੱਥੋਂ ਲਿਆਵਾਂਗਾ? ਮੈਂ ਇੱਕ ਬੁੱਢਾ ਆਦਮੀ ਹਾਂ, ਮੇਰੇ ਮਰਨ ਨਾਲ ਦੇਸ਼ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਸਿਕੰਦਰ ਬੋਲਿਆ, ਨਹੀਂ ਮੇਰੇ ਗੁਰੂ ਜੀ, ਮੇਰੇ ਮਰਨ ਨਾਲ ਕੋਈ ਫਰਕ ਨਹੀਂ ਪੈਣਾ। ਤੁਸੀਂ ਮੇਰੇ ਵਰਗੇ 100 ਸਿਕੰਦਰ ਪੈਦਾ ਕਰ ਲਓਗੇ। ਅਸੀਂ ਸਾਰੀ ਦੁਨੀਆ ਦੇ ਆਦਮੀ ਰਲ ਮਿਲ ਕੇ ਵੀ ਇੱਕ ਅਰਸਤੂ ਪੈਦਾ ਨਹੀਂ ਕਰ ਸਕਾਂਗੇ। ਸਿਕੰਦਰ ਹੜ੍ਹ ਵਾਲੀ ਨਦੀ ਉੱਤੇ ਬਣੇ ਟੁੱਟੇ ਹੋਏ ਪੁਲ ਨੂੰ ਲੰਘ ਕੇ ਦੂਜੇ ਪਾਸੇ ਪਹੁੰਚ ਗਿਆ ਤੇ ਅਰਸਤੂ ਨੂੰ ਇਸ਼ਾਰਾ ਕੀਤਾ ਕਿ ਉਹ ਵੀ ਆ ਜਾਣ। ਸਿਕੰਦਰ ਵਰਗਾ ਸ਼ਾਗਿਰਦ ਤੇ ਅਰਸਤੂ ਵਰਗਾ ਟੀਚਰ ਮਿਲਣਾ ਬੜਾ ਮੁਸ਼ਕਿਲ ਹੈ, ਪਰ ਕਦੇ-ਕਦੇ, ਕਿਤੇ-ਕਿਤੇ ਅਜਿਹੇ ਟੀਚਰ ਤੇ ਅਜਿਹੇ ਸ਼ਾਗਿਰਦ ਵੀ ਮਿਲ ਜਾਂਦੇ ਹਨ। ਧੰਨਵਾਦ। ਅਗਲੀ ਕਹਾਣੀ ਹੈ ਨਿਊਟਨ ਤੇ ਉਸਦਾ ਕੁੱਤਾ ਡਾਇਮੰਡ। ਨਿਊਟਨ ਇੰਗਲੈਂਡ ਦਾ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਨੇਕ ਵਿਗਿਆਨੀ ਹੋਇਆ ਹੈ। ਉਹਨੇ 100 ਤੋਂ ਵੱਧ ਖੋਜਾਂ ਕੀਤੀਆਂ ਹਨ ਤੇ 100 ਤੋਂ 150 ਦੇ ਕਰੀਬ ਵਿਗਿਆਨਕ ਸਿਧਾਂਤ, ਲਾਅ ਆਫ ਮੋਸ਼ਨ 1, ਲਾਅ ਆਫ ਮੋਸ਼ਨ 2, ਲਾਅ ਆਫ ਮੋਸ਼ਨ 3 ਘੜੇ ਹਨ। ਗਤੀ ਦੇ 3 ਸਿਧਾਂਤ ਤੇ ਵਿਸ਼ਵ ਪ੍ਰਸਿੱਧ ਜਾਣੇ ਗਏ ਹਨ। ਉਹ ਹਮੇਸ਼ਾ ਚੌਕੰਨਾ ਰਹਿੰਦਾ ਸੀ। ਹਰ ਘਟਨਾ ਦਾ ਕਿਉਂ, ਵਾਈ ਉਹ ਪੁੱਛਦਾ ਤੇ ਕੋਈ ਨਾ ਕੋਈ ਵਿਗਿਆਨ ਦਾ ਨਵਾਂ ਨਿਯਮ ਬਣਾ ਦਿੰਦਾ ਸੀ। ਇੱਕ ਦਿਨ ਨਿਊਟਨ ਆਪਣੇ ਸੇਬ ਦੇ ਬਾਗ 'ਚ ਬੈਠਾ ਸੀ। ਅਚਾਨਕ ਇੱਕ ਸੇਬ ਪੇੜ ਨਾਲੋਂ ਟੁੱਟ ਗਿਆ ਤੇ ਹੇਠਾਂ ਜ਼ਮੀਨ ਤੇ ਡਿੱਗ ਪਿਆ। ਵੱਡੇ ਤੇ ਚੁਸਤ ਦਿਮਾਗ ਵਾਲੇ ਨਿਊਟਨ ਨੇ ਸੇਬ ਨੂੰ ਹੱਥ ਵਿੱਚ ਪਕੜ ਕੇ ਪੁੱਛਿਆ, ਭਲਾ ਰੁੱਖ ਨਾਲੋਂ ਟੁੱਟ ਕੇ ਤੂੰ ਹੇਠਾਂ ਹੀ ਕਿਉਂ ਡਿੱਗਾ ਹੈ, ਉੱਪਰ ਕਿਉਂ ਨਹੀਂ ਗਿਆ? ਸੋਚ ਕੇ ਨਿਊਟਨ ਨੇ ਇੱਕ ਨਿਯਮ ਬਣਾ ਦਿੱਤਾ ਕਿ ਹਰ ਪਦਾਰਥ ਨੂੰ ਧਰਤੀ ਆਪਣੇ ਕੇਂਦਰ ਵੱਲ ਖਿੱਚਦੀ ਹੈ। ਧਰਤੀ 'ਚ ਹਰੇਕ ਚੀਜ਼ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਹੁੰਦੀ ਹੈ, ਜਿਸ ਨੂੰ ਧਰਤੀ ਦੀ ਗੁਰੂਤਵ ਸ਼ਕਤੀ, ਗ੍ਰੈਵਿਟੇਸ਼ਨ ਕਹਿੰਦੇ ਹਨ। ਇਸ ਨਿਯਮ ਨੇ ਧਰਤੀ ਦੀ ਗਤੀ ਦੇ ਸੈਂਕੜੇ ਸਵਾਲਾਂ ਦਾ ਜਵਾਬ ਦਿੱਤਾ ਹੈ। ਇਸੇ ਤਰ੍ਹਾਂ ਪਿਛਲੇ ਵਰੇ ਤੀਜੀ ਦੇ ਇੱਕ ਬੱਚੇ ਨੇ ਭਾਰਤ ਦੇ ਵਿਸ਼ਵ ਵਿਗਿਆਨੀ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਮੋਮਬੱਤੀ, ਦੀਵੇ ਜਾਂ ਅੱਗ ਦੀਆਂ ਲਪਟਾਂ ਥੱਲੇ ਨੂੰ ਕਿਉਂ ਨਹੀਂ ਜਾਂਦੀਆਂ, ਉੱਤੇ ਨੂੰ ਕਿਉਂ ਜਾਂਦੀਆਂ ਹਨ। ਇਸ ਸਵਾਲ ਦਾ ਉੱਤਰ ਭਾਰਤ ਦੇ ਪ੍ਰਸਿੱਧ ਵਿਗਿਆਨੀ ਪ੍ਰੋਫੈਸਰ ਯਸ਼ਪਾਲ ਨੇ ਦਿੱਤਾ ਹੈ। ਤੁਸੀਂ ਆਪਣੇ ਟੀਚਰ ਕੋਲੋਂ ਪੁੱਛ ਕੇ ਆਪਣੇ ਗਿਆਨ 'ਚ ਵਾਧਾ ਕਰੋ। ਨਿਊਟਨ ਬਹੁਤ ਮਿਹਨਤੀ ਤੇ ਨੇਕ ਆਦਮੀ ਸੀ। ਇੱਕ ਦਿਨ ਉਹ ਸਵੇਰ ਤੋਂ ਬੈਠਾ ਸ਼ਾਮ ਤੱਕ ਲਿਖਦਾ ਰਿਹਾ ਤੇ ਥੱਕ ਗਿਆ। ਰਾਤ ਵੀ ਪੈ ਗਈ ਸੀ। ਨਿਊਟਨ ਨੇ ਆਪਣੇ ਕੁੱਤੇ ਡਾਇਮੰਡ ਨੂੰ ਲਿਖੇ ਹੋਏ ਕਾਗਜ਼ਾਂ ਦਾ ਧਿਆਨ ਰੱਖਣ ਲਈ ਕਿਹਾ। ਮੇਜ਼ ਤੇ ਇੱਕ ਮੋਮਬੱਤੀ ਜਗਾ ਦਿੱਤੀ ਤੇ ਬਾਹਰ ਸੈਰ ਕਰਨ ਲਈ ਚਲਾ ਗਿਆ। ਜਦੋਂ ਪਰਤ ਕੇ ਆਇਆ ਤਾਂ ਨਿਊਟਨ ਨੇ ਦੇਖਿਆ ਉਹਦੇ ਸਾਰੇ ਕਾਗਜ਼ ਜੋ ਉਹਨੇ 20 ਸਾਲਾਂ 'ਚ ਤਿਆਰ ਕੀਤੇ ਸੀ ਜਲ ਕੇ ਰਾਖ ਹੋ ਚੁੱਕੇ ਹੈ। ਨਿਊਟਨ ਦੀ ਗੈਰ ਹਾਜ਼ਰੀ 'ਚ ਕੁੱਤਾ ਡਾਇਮੰਡ ਟਪੂਸੀਆਂ ਮਾਰ ਰਿਹਾ ਸੀ ਕਿ ਮੋਮਬੱਤੀ ਕਾਗਜ਼ਾਂ ਵਾਲੀ ਮੇਜ਼ ਤੇ ਗਿਰ ਗਈ।
ਕਾਗਜ਼ਾਂ ਨੂੰ ਅੱਗ ਲੱਗ ਗਈ, ਉਹ ਸੜ ਕੇ ਸੁਆਹ ਹੋ ਗਏ। ਨਿਊਟਨ ਨੂੰ ਬਹੁਤ ਅਫਸੋਸ ਵੀ ਹੋਇਆ, ਕੁੱਤੇ ਤੇ ਗੁੱਸਾ ਵੀ ਆਇਆ, ਪਰ ਨੇਕ ਨਿਊਟਨ ਨੇ ਇੰਨਾ ਹੀ ਕਿਹਾ, ਡਾਇਮੰਡ, ਤੂੰ ਨਹੀਂ ਜਾਣਦਾ ਤੂੰ ਕਿੰਨਾ ਨੁਕਸਾਨ ਕੀਤਾ ਹੈ। ਨਿਊਟਨ ਸਮਝਦਾ ਸੀ ਕਿ ਡਾਇਮੰਡ ਨੂੰ ਮਾਰਨ ਕੁੱਟਣ ਨਾਲ ਕਾਗਜ਼ਾਂ ਦਾ ਕੁਝ ਵੀ ਨਹੀਂ ਬਣ ਸਕਦਾ। ਉਹਨਾਂ ਲਈ ਤਾਂ ਦੁਬਾਰਾ ਮਿਹਨਤ ਕਰਨੀ ਪਏਗੀ। ਕੁੱਤੇ ਦੇ ਉਦਾਸ ਚਿਹਰੇ ਵੱਲ ਵੇਖ ਕੇ ਨਿਊਟਨ ਨੇ ਕਿਹਾ, ਠਹਿਰ, ਕੁਰਸੀ ਤੇ ਬੈਠ ਜਾ, ਮੈਂ ਰਸੋਈ 'ਚ ਜਾ ਕੇ ਆਪਣੇ ਲਈ ਚਾਹ ਤੇ ਤੇਰੇ ਲਈ ਦੁੱਧ ਬਣਾਉਣਾ, ਅਸੀਂ ਇਕੱਠੇ ਹੀ ਖਾਵਾਂਗੇ ਪੀਵਾਂਗੇ। ਤਾਂ ਅਗਲੀ ਕਹਾਣੀ ਹੈ ਗੁਲਾਮ ਲੁਕਮਾਨ। ਕਿਸੇ ਜ਼ਮਾਨੇ 'ਚ ਹਰ ਮੁਲਕ ਵਿੱਚ ਗੁਲਾਮਾਂ ਦੀਆਂ ਵੀ ਮੰਡੀਆਂ ਲੱਗਦੀਆਂ ਹੁੰਦੀਆਂ ਸਨ, ਜਿਨ੍ਹਾਂ 'ਚ ਗਊਆਂ, ਮੱਝਾਂ, ਭੇਡਾਂ ਤੇ ਬੱਕਰੀਆਂ ਵਾਂਗ ਹੀ ਬੰਦੇ ਖਰੀਦੇ ਤੇ ਵੇਚੇ ਜਾਂਦੇ ਸਨ, ਜਿਨ੍ਹਾਂ ਨੂੰ ਗੁਲਾਮ ਕਿਹਾ ਜਾਂਦਾ ਸੀ। ਸਰੀਰ ਦੇ ਤਕੜੇ, ਸੂਝ-ਬੂਝ ਵਾਲੇ ਹੁਨਰਮੰਦ ਗੁਲਾਮਾਂ ਦਾ ਬਹੁਤ ਮੁੱਲ ਪੈਂਦਾ ਹੁੰਦਾ ਸੀ ਤੇ ਬੁੱਢੇ, ਕਮਜ਼ੋਰ, ਬਿਮਾਰਾਂ ਦੀ ਕੀਮਤ ਥੋੜ੍ਹੀ ਹੁੰਦੀ ਸੀ। ਇਹ ਗੁਲਾਮ ਖਰੀਦਣ ਵਾਲੇ ਮਾਲਕ ਦਾ ਹੁਕਮ ਮੰਨਦੇ ਹੁੰਦੇ ਸਨ ਤੇ ਜੋ ਕੰਮ ਉਹ ਕਰਨ ਲਈ ਕਹਿੰਦਾ, ਇਹਨਾਂ ਨੂੰ ਕਰਨਾ ਪੈਂਦਾ ਸੀ। ਇਹ ਗੁਲਾਮ ਕਿਸੇ ਕਿਸਮ ਦੀ ਵੀ ਜ਼ੁਬਾਨ ਦਰਾਜ਼ੀ ਜਾਂ ਨਾ ਨੁੱਕਰ ਨਹੀਂ ਕਰ ਸਕਦੇ ਸਨ। ਜੋ ਵੀ ਰੁੱਖਾ ਸੁੱਖਾ ਖਾਣ ਨੂੰ ਮਾਲਕ ਦਿੰਦਾ, ਇਹਨਾਂ ਨੂੰ ਖਾਣਾ ਪੈਂਦਾ ਸੀ। ਗੁਲਾਮੀ ਦਾ ਜੀਵਨ ਬਹੁਤ ਹੀ ਦੁੱਖਾਂ ਨਾਲ ਭਰਿਆ ਹੁੰਦਾ ਸੀ। ਮਾਲਕ ਆਮ ਤੌਰ ਤੇ ਸਖਤ ਸੁਭਾਅ ਹੁੰਦੇ ਸੀ ਤੇ ਗੁਲਾਮਾਂ ਉੱਤੇ ਬੜੇ ਜ਼ੁਲਮ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਦਾ ਇੱਕ ਗੁਲਾਮ ਲੁਕਮਾਨ ਸੀ, ਜੋ ਬਹੁਤ ਅਕਲਮੰਦ, ਕੰਮਕਾਜ 'ਚ ਹੁਸ਼ਿਆਰ, ਖੂਬਸੂਰਤ ਨੌਜਵਾਨ ਸੀ। ਉਹ ਮਾਲਕ ਦੀ ਦੌੜ ਦੌੜ ਕੇ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਮਾਲਕ ਨੇ ਤਾਜ਼ਾ ਤਰ ਖਾਣ ਦੀ ਇੱਛਾ ਕੀਤੀ। ਲੁਕਮਾਨ ਦੌੜ ਕੇ 4-5 ਤਰ੍ਹਾਂ ਖਰੀਦ ਲਿਆਇਆ। ਇੱਕ ਤਰ ਮਾਲਕ ਨੂੰ ਹੋਰਨਾਂ ਨਾਲੋਂ ਵੱਧ ਪਸੰਦ ਆਈ। ਲੁਕਮਾਨ ਨੇ ਤਰ ਨੂੰ ਧੋਤਾ, ਛੋਟੇ-ਛੋਟੇ ਟੁਕੜੇ ਕਰਕੇ ਮਾਲਕ ਨੂੰ ਪੇਸ਼ ਕੀਤਾ ਤੇ ਨਾਲ ਦੇ ਕਮਰੇ 'ਚ ਜਾ ਬੈਠਾ। ਜੋ ਮਾਲਕ ਦਾ ਹੁਕਮ ਸੀ। ਮਾਲਕ ਨੇ ਇੱਕ ਟੁਕੜਾ ਮੂੰਹ 'ਚ ਪਾ ਕੇ ਦੇਖਿਆ ਤਾਂ ਤਰ ਜ਼ਹਿਰ ਵਰਗੀ ਕੌੜੀ ਸੀ। ਮਾਲਕ ਨੇ ਲੁਕਮਾਨ ਨੂੰ ਬੁਲਾਇਆ ਤੇ ਕਿਹਾ, ਲੁਕਮਾਨ, ਇਹ ਤਰ ਤੂੰ ਖਾ ਲੈ, ਮੇਰੇ ਸਾਹਮਣੇ ਬੈਠ ਕੇ। ਲੁਕਮਾਨ ਸਾਰੀ ਤਰ ਖੁਸ਼ ਹੋ ਕੇ ਖਾ ਗਿਆ। ਮਾਲਕ ਨੇ ਲੁਕਮਾਨ ਨੂੰ ਪੁੱਛਿਆ ਕਿ ਇਹ ਤਰ ਤਾਂ ਜ਼ਹਿਰ ਵਰਗੀ ਕੌੜੀ ਸੀ, ਤੂੰ ਕਿਉਂ ਖਾਧੀ, ਨਾ ਕਿਉਂ ਨਹੀਂ ਕੀਤੀ? ਲੁਕਮਾਨ ਨੇ ਕਿਹਾ, ਮੇਰੇ ਆਕਾ, ਤੁਸੀਂ ਮੈਨੂੰ ਰਹਿਣ ਲਈ ਕਮਰਾ ਦਿੱਤਾ ਹੋਇਆ, ਖਾਣ ਲਈ ਵਧੀਆ ਭੋਜਨ ਦਿੰਦੇ ਹੋ ਤੇ ਮੈਨੂੰ ਪਿਆਰ ਵੀ ਕਰਦੇ ਹੋ। ਮੇਰੀ ਸਿਹਤ ਤੇ ਮੇਰੀ ਭਲਾਈ ਦਾ ਵੀ ਬਹੁਤ ਖਿਆਲ ਰੱਖਦੇ ਹੋ। ਮੈਂ ਇਹ ਸੋਚ ਕੇ ਕੌੜੀ ਤਰ ਖਾ ਗਿਆ ਕਿ ਇਸ 'ਚ ਕੌੜੀ ਤਰ ਮੈਨੂੰ ਖੁਆਉਣ 'ਚ ਕੋਈ ਭਲਾਈ ਹੈ। ਸਾਡਾ ਮਾਲਕ ਆਕਾ ਅੱਲਾ ਵੀ ਸਾਡੀ ਭਲਾਈ ਕਰਦਾ ਹੈ। ਉਸ ਮਾਲਕ ਦੀ ਹਰ ਚੀਜ਼ ਸਾਨੂੰ ਮਨਜ਼ੂਰ ਹੈ ਤੇ ਤੁਸੀਂ ਵੀ ਧਰਤੀ ਉੱਤੇ ਸਾਡੇ ਮਾਲਕ ਹੋ। ਮਾਲਕ ਦੇ ਕੰਮਾਂ ਤੇ ਕਿੰਤੂ ਕਰਨਾ ਵਾਜਿਬ ਨਹੀਂ। ਮਾਲਕ ਲੁਕਮਾਨ ਦਾ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ। ਲੁਕਮਾਨ ਹਮੇਸ਼ਾ ਹੀ ਖੁਸ਼ ਰਹਿੰਦਾ ਸੀ ਤੇ ਮਾਲਕ ਦਾ ਧੰਨਵਾਦ ਕਰਦਾ ਰਹਿੰਦਾ ਸੀ। ਇੱਕ ਦਿਨ ਮਾਲਕ ਨੇ ਕਿਹਾ, ਤੂੰ ਸਾਰਾ ਦਿਨ ਖੁਸ਼ ਹੀ ਰਹਿਣਾ ਹੈ, ਕਿਉਂ? ਤੈਨੂੰ ਕੋਈ ਤਕਲੀਫ ਕਦੇ ਨਹੀਂ ਹੋਈ? ਲੁਕਮਾਨ ਨੇ ਹੱਥ ਜੋੜ ਕੇ ਕਿਹਾ, ਮੇਰੀਆਂ ਤਕਲੀਫਾਂ ਨੂੰ ਮੇਰੇ ਮਾਲਕ ਹੀ ਦੂਰ ਕਰ ਦਿੰਦੇ ਹਨ। ਮੈਂ ਖੁਸ਼ ਇਸੇ ਕਰਕੇ ਰਹਿਣਾ। ਮੈਨੂੰ ਕੁਝ ਵੀ ਸੋਚਣਾ ਨਹੀਂ ਪੈਂਦਾ। ਜੋ ਮਾਲਕ ਦਾ ਹੁਕਮ ਹੁੰਦਾ ਮੈਂ ਉਹੀ ਕੰਮ ਕਰ ਦਿੰਦਾ। ਮੈਨੂੰ ਕਦੇ ਕੋਈ ਚਿੰਤਾ ਨਹੀਂ ਹੋਈ, ਨਾ ਖਾਣ ਪੀਣ ਦੀ, ਨਾ ਕੱਪੜੇ ਲੱਤੇ ਦੀ। ਇਹ ਚਿੰਤਾ ਮੇਰੇ ਮਾਲਕ ਨੂੰ ਹੁੰਦੀ ਹੈ। ਮਾਲਕ ਬਹੁਤ ਖੁਸ਼ ਹੋਇਆ। ਮਾਲਕ ਨੇ ਕਿਹਾ, ਲੁਕਮਾਨ, ਮੈਂ ਤੇਰੇ ਉੱਤਰ ਸੁਣ ਕੇ ਬਹੁਤ ਖੁਸ਼ ਹੋਇਆ, ਮੈਂ ਤੈਨੂੰ ਆਜ਼ਾਦ ਕਰਦਾ। ਲੁਕਮਾਨ ਨੇ ਕਿਹਾ, ਮੇਰੀ ਚਿੰਤਾ ਦਾ ਸਮਾਂ ਸ਼ੁਰੂ ਹੋ ਗਿਆ ਹੈ। ਜਿਸ ਦੇ ਸਿਰ ਤੇ ਕੋਈ ਮਾਲਕ ਨਹੀਂ ਹੁੰਦਾ, ਸਾਰੇ ਦੁੱਖ ਉਸੇ ਲਈ ਹੁੰਦੇ ਹਨ। ਸਾਨੂੰ ਕਿਸੇ ਨਾ ਕਿਸੇ ਮਾਲਕ ਦੇ ਬਣ ਕੇ ਰਹਿਣਾ ਚਾਹੀਦਾ ਹੈ। ਸਭ ਤੋਂ ਵੱਡਾ ਤੇ ਮਿਹਰਬਾਨ ਮਾਲਕ ਅੱਲਾ ਹੈ। ਧੰਨਵਾਦ। ਅਗਲੀ ਕਹਾਣੀ ਹੈ ਅਕਲਮੰਦ ਆਦਮੀ। ਕਨਫਿਊਸ਼ੀਅਸ ਚੀਨ ਦੇਸ਼ ਦਾ ਸਭ ਤੋਂ ਵੱਧ ਅਕਲਮੰਦ ਆਦਮੀ ਹੋਇਆ। ਉਹਦੀ ਪ੍ਰਸਿੱਧੀ ਸੁਣ ਕੇ ਇੱਕ ਦਿਨ ਚੀਨ ਦਾ ਬਾਦਸ਼ਾਹ ਕਨਫਿਊਸ਼ੀਅਸ ਕੋਲ ਆਇਆ, ਜੋ ਇੱਕ ਸਧਾਰਨ ਝੌਂਪੜੀ 'ਚ ਰਹਿੰਦਾ ਸੀ। ਦੋਵਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਚੀਨ ਦਾ ਬਾਦਸ਼ਾਹ ਆਪਣੇ ਸਵਾਲਾਂ ਦੇ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ। ਉਹ ਇਸ ਗੱਲ ਤੇ ਬਹੁਤ ਪ੍ਰਸੰਨ ਹੋਇਆ ਕਿ ਸੰਸਾਰ ਦਾ ਸਭ ਤੋਂ ਵੱਡਾ ਫਿਲਾਸਫਰ ਉਹਦੇ ਦੇਸ਼ 'ਚ ਰਹਿੰਦਾ ਹੈ। ਫਿਲਾਸਫਰ ਉਹ ਹੁੰਦਾ ਹੈ ਜੋ ਹੁਣ ਤੱਕ ਮਨੁੱਖ ਵੱਲੋਂ ਹੋਰਨਾਂ ਨੂੰ ਪੁੱਛੇ ਸਵਾਲਾਂ ਦੇ ਸਹੀ ਜਵਾਬ ਦਿੰਦਾ ਹੈ ਤੇ ਮਨੁੱਖ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ। ਗੱਲਬਾਤ ਤੋਂ ਬਾਅਦ ਬਾਦਸ਼ਾਹ ਨੇ ਕਿਹਾ, ਸੱਜਣ ਜੀ, ਮੈਨੂੰ ਕੁਝ ਆਪਣੇ ਵਰਗੇ ਅਕਲਮੰਦ ਬੰਦੇ ਵਿਖਾਓ। ਕਨਫਿਊਸ਼ੀਅਸ ਨੇ ਤੁਰੰਤ ਜਵਾਬ ਦਿੱਤਾ, ਜੀ, ਇੱਕ ਅਜਿਹਾ ਬੰਦਾ ਇਸ ਵੇਲੇ ਮੇਰੇ ਸਾਹਮਣੇ ਖੜਾ ਹੈ। ਸੱਚਮੁੱਚ ਹੀ ਉਹ ਰਾਜਾ ਅਕਲਮੰਦ ਸੀ, ਕਿਉਂ ਜੋ ਅਕਲਮੰਦ ਬੰਦਿਆਂ ਦੀ ਭਾਲ 'ਚ ਨਿਕਲਿਆ ਸੀ। ਬਾਦਸ਼ਾਹ ਨੇ ਕਿਹਾ, ਮੈਨੂੰ ਆਪਣੇ ਵਰਗੇ ਕੁਝ ਹੋਰ ਬੰਦੇ ਮਿਲਾਓ। ਕਨਫਿਊਸ਼ੀਅਸ ਰਾਜੇ ਨੂੰ ਨਾਲ ਲੈ ਕੇ ਅਕਲਮੰਦ ਬੰਦਿਆਂ ਦੀ ਭਾਲ 'ਚ ਤੁਰ ਪਿਆ। ਥੋੜੀ ਦੂਰ ਜਾ ਕੇ ਦੋਵਾਂ ਨੇ ਵੇਖਿਆ ਇੱਕ 85 ਸਾਲ ਦਾ ਬੁੱਢਾ
ਬੰਦਾ ਅੰਬ ਦੇ ਬੂਟੇ ਬੀਜ ਰਿਹਾ ਹੈ। ਉਹਨੂੰ ਵੇਖ ਕੇ ਬਾਦਸ਼ਾਹ ਨੇ ਕਿਹਾ, ਇਹ ਤਾਂ ਮੂਰਖ ਹੈ, ਮੈਨੂੰ ਅਕਲਮੰਦ ਚਾਹੀਦਾ ਹੈ। ਕਨਫਿਊਸ਼ੀਅਸ ਨੇ ਕਿਹਾ, ਬਾਦਸ਼ਾਹ ਸਲਾਮਤ, ਇਸੇ ਬੰਦੇ ਨੂੰ ਪੁੱਛ ਲਓ, ਇਹ ਬੁੱਢਾ ਹੋਣ ਦੇ ਬਾਵਜੂਦ ਅੰਬ ਦੇ ਬੂਟੇ ਕਿਉਂ ਲਾ ਰਿਹਾ। ਜਦੋਂ ਬਾਦਸ਼ਾਹ ਨੇ ਕਿਹਾ, अरे बुढ़े तुम तो 2-3 साल में मर जाओगे, ये आम तेरे किस काम आएंगे। बुढ़े ने कहा, साडे बजुर्गां ने जदों वो बुढ़े भी नहीं सी होए अंब बीजे जिन्हां दे फल असीं खाधे, हुण असीं बीजांगे, साडी औलाद खाएगी। जवाब सुन के राजा बहुत खुश होया। उसने खुश होके 100 रुपए की थैली बुढ़े नूं इनाम वजों पेश कीती ते कहा, सचमुच ही ये बुढ़ा आदमी अकलमंद है। बुढ़े ने अधीनगी नाल कहा, महाराज वेख्या मेरे अंबां नूं तां तुरंत फल पै गया, मैनूं उਡੀਕਣਾ भी नहीं पिया, मेरे बीजे बूटिਆਂ नूं तां उगਣਾ भी नहीं पिया। ਕਨਫਿਊਸ਼ੀਅਸ ਦੀ ਦਾਤ ਦਿੰਦਾ ਬਾਦਸ਼ਾਹ ਅੱਗੇ ਨੂੰ ਤੁਰ ਪਿਆ। ਉਹਨੂੰ ਯਕੀਨ ਹੋ ਗਿਆ ਸੀ ਕਿ ਸੱਚਮੁੱਚ ਬੁੱਢਾ ਆਦਮੀ ਤੇ ਕਨਫਿਊਸ਼ੀਅਸ ਅਕਲਮੰਦ ਬੰਦੇ ਹਨ। ਧੰਨਵਾਦ। ਅਗਲੀ ਕਹਾਣੀ ਹੈ 4 ਲਕੀਰਾਂ। ਨੰਦਨ ਦਾਸ ਉੱਤਰੀ ਭਾਰਤ 'ਚ ਖੁੱਲੇ ਅੰਚਲ ਪ੍ਰਦੇਸ਼ ਦਾ ਬੜਾ ਹੀ ਪ੍ਰਸਿੱਧ ਰਾਜਾ ਹੋਇਆ ਹੈ। ਰਾਜਾ ਨੰਦਨ ਦਾਸ ਦਿਆਲੂ ਤੇ ਨੇਕ ਆਦਮੀ ਸੀ, ਜਿਹਨੂੰ ਪ੍ਰਜਾ ਬਹੁਤ ਪਿਆਰ ਕਰਦੀ ਸੀ। ਨੰਦਨ ਦਾਸ ਦੇ ਵਜ਼ੀਰ ਵੀ ਬਹੁਤ ਬੁੱਧੀਮਾਨ ਸਨ। ਰਾਜੇ ਨੂੰ ਇੱਕਮਾਤਰ ਦੁੱਖ ਇਹ ਸੀ ਕਿ ਉਹਦੇ ਕੋਈ ਔਲਾਦ ਨਹੀਂ ਸੀ। ਕਈ ਲੋਕ ਰਾਜੇ ਨੂੰ ਸਲਾਹ ਦੇ ਚੁੱਕੇ ਸਨ ਕਿ ਉਹ ਦੂਜਾ ਵਿਆਹ ਕਰਵਾ ਲਏ, ਪਰ ਰਾਜੇ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਕਿਸੇ ਨੂੰ ਗੋਦ ਵੀ ਨਹੀਂ ਲੈਣਾ ਚਾਹੁੰਦਾ ਸੀ। ਦਿਨੋਂ ਦਿਨ ਰਾਜਾ ਬੁੱਢਾ ਹੋ ਰਿਹਾ ਸੀ ਤੇ ਬੇਔਲਾਦ ਹੋਣ ਦਾ ਦੁੱਖ ਉਹਨੂੰ ਅੰਦਰ ਹੀ ਅੰਦਰ ਖਾ ਰਿਹਾ ਸੀ। ਇੱਕ ਜੋਤਸ਼ੀ ਨੇ ਦੱਸਿਆ ਕਿ ਜੇ ਰਾਜਾ ਕਿਸੇ ਲੜਕੇ ਨੂੰ ਗੋਦ ਲੈ ਲਵੇ, 6-7 ਦਿਨ ਉਹਨੂੰ ਖੂਬ ਪਿਆਰ ਕਰੇ, ਪਰ 7ਵੇਂ ਦਿਨ ਉਹਦੀ ਬਲੀ ਦੇ ਦੇਵੇ ਤਾਂ ਰਾਜੇ ਦੇ ਘਰ ਲੜਕਾ ਵਸ਼ ਪੈਦਾ ਹੋਏਗਾ। ਰਾਜੇ ਨੂੰ ਇਹ ਵੀ ਮਨਜ਼ੂਰ ਨਹੀਂ ਸੀ, ਪਰ ਉਹਦੀ ਪਤਨੀ ਨੇ ਕਿਵੇਂ ਨਾ ਕਿਵੇਂ ਰਾਜੇ ਤੋਂ ਹਾਂ ਕਰਵਾ ਲਈ। ਰਾਜੇ ਵੱਲੋਂ ਫਰਮਾਨ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਕਿ ਜੇ ਕੋਈ ਨਿਰਧਨ ਆਦਮੀ ਆਪਣਾ ਬੇਟਾ 1 ਲੱਖ ਸੋਨੇ ਦੀਆਂ ਮੁਹਰਾਂ ਦੇ ਬਦਲੇ ਉਹਦੀ ਬਲੀ ਦੇਣ ਲਈ ਵੇਚਣਾ ਚਾਹੁੰਦਾ ਹੈ ਤਾਂ 1 ਲੱਖ ਸੋਨੇ ਦੀਆਂ ਮੁਹਰਾਂ ਲੈ ਜਾਵੇ ਤੇ ਆਪਣਾ ਬੇਟਾ ਮਹਿਲਾਂ 'ਚ ਛੱਡ ਜਾਏ। ਖੁੱਲੇ ਅੰਚਲ ਪ੍ਰਦੇਸ਼ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ, ਜਿਸ 'ਚ 4 ਬੱਚੇ ਤੇ ਕੇਵਲ ਮਾਂ-ਬਾਪ ਸਨ ਜੋ ਗੰਭੀਰ ਬਿਮਾਰੀ ਦੇ ਸ਼ਿਕਾਰ ਸਨ। ਇੱਕ ਬੱਚਾ 4 ਸਾਲ ਦਾ ਸੀ, ਜਿਹਨੂੰ ਉਹਦੀ ਮਾਂ ਵੇਚਣਾ ਨਹੀਂ ਸੀ ਚਾਹੁੰਦੀ। ਇੱਕ ਬੇਟੀ ਸੀ ਜਿਹਨੂੰ ਰਾਜਾ ਲੈ ਨਹੀਂ ਸੀ ਸਕਦਾ। ਇੱਕ ਮੁੰਡਾ 17 ਸਾਲ ਦਾ ਸੀ। ਉਹ ਇਹ ਜਾਣ ਕੇ ਕਿ ਆਖਰ 'ਚ ਖਰੀਦੇ ਗਏ ਬੱਚੇ ਦਾ ਬਲੀਦਾਨ ਹੀ ਦਿੱਤਾ ਜਾਏਗਾ, ਘਰੋਂ ਦੌੜ ਗਿਆ ਸੀ। ਤੇ ਇੱਕ ਬੇਟਾ ਗੁਰੂ 7 ਕੁ ਸਾਲ ਦਾ ਸੀ। ਆਖਿਰ ਮਾਂ-ਬਾਪ ਨੇ 1 ਲੱਖ ਮੋਹਰਾਂ ਲੈ ਕੇ ਗੁਰੂ ਨੂੰ ਵੇਚ ਦਿੱਤਾ। ਗੁਰੂ ਨੂੰ ਮਹਿਲਾਂ 'ਚ ਲਿਆਂਦਾ ਗਿਆ। ਉਹਨੂੰ ਇੱਕ ਸ਼ਾਨਦਾਰ ਕਮਰੇ 'ਚ ਠਹਿਰਾਇਆ ਗਿਆ ਤੇ ਖੂਬ ਖਵਾਇਆ ਪਿਆਇਆ ਗਿਆ। ਉਹ ਆਪਣਾ ਅੰਜਾਮ ਜਾਣਦਾ ਸੀ, ਇਸ ਲਈ ਉਹ ਅਕਸਰ ਚੁੱਪ-ਚੁੱਪ ਹੀ ਰਹਿੰਦਾ ਸੀ। 2 ਦਿਨਾਂ ਬਾਅਦ ਰਾਜੇ ਨੇ ਵਜ਼ੀਰ ਦੀ ਡਿਊਟੀ ਇਹ ਵੇਖਣ ਤੇ ਲਗਾਈ ਕਿ ਗੁਰੂ ਸਾਰਾ ਦਿਨ ਕੀ ਕਰਦਾ ਹੈ। ਵਜ਼ੀਰ ਨੇ ਦਰਵਾਜ਼ੇ ਦੀਆਂ ਚੀਥਾਂ 'ਚ ਵੇਖਿਆ ਕਿ ਗੁਰੂ ਕੁਝ ਲਕੀਰਾਂ ਜ਼ਮੀਨ ਤੇ ਖਿੱਚ ਲੈਂਦਾ ਹੈ ਤੇ ਸਾਰਾ ਦਿਨ ਉਹਨਾਂ ਨਾਲ ਗੱਲਾਂ ਕਰਦਾ ਰਹਿੰਦਾ ਹੈ। ਰਾਜੇ ਦੀ ਤਸੱਲੀ ਨਾ ਹੋਈ। ਇੱਕ ਦਿਨ ਉਹਨੇ ਖੁਦ ਗੁਰੂ ਨੂੰ ਵੇਖਣ ਦਾ ਫੈਸਲਾ ਕੀਤਾ। ਰਾਜੇ ਨੇ ਵੇਖਿਆ ਕਿ ਗੁਰੂ ਇੱਕ ਲਕੀਰ ਜ਼ਮੀਨ ਤੇ ਖਿੱਚਦਾ ਹੈ, ਉਸ ਨਾਲ ਕੁਝ ਗੱਲਾਂ ਕਰਦਾ ਹੈ, ਫਿਰ ਉਹਨੂੰ ਮਿਟਾ ਕੇ ਇੱਕ ਹੋਰ ਜ਼ਰਾ ਵੱਡੀ ਲਕੀਰ ਜ਼ਮੀਨ ਤੇ ਖਿੱਚਦਾ ਹੈ, ਉਸ ਨਾਲ ਕੁਝ ਗੱਲਾਂ ਕਰਦਾ ਹੈ, ਫਿਰ ਉਹਨੂੰ ਵੀ ਮਿਟਾ ਦਿੰਦਾ ਹੈ। 3 ਲਕੀਰਾਂ ਨਾਲ ਗੱਲਾਂ ਕਰਕੇ ਉਹ ਮਿਟਾ ਦਿੰਦਾ ਹੈ, ਪਰ ਚੌਥੀ ਲਕੀਰ ਨਾਲ ਉਹ ਗੱਲਾਂ ਕਰਦਾ ਹੀ ਰਹਿੰਦਾ ਹੈ। ਆਖਰ ਰਾਜਾ ਅੰਦਰ ਵੜ ਗਿਆ। ਗੁਰੂ ਨੇ ਇੱਕ ਲਕੀਰ ਜ਼ਮੀਨ ਤੇ ਖਿੱਚੀ ਤੇ ਕਿਹਾ, ਇਹ ਲਕੀਰ ਮੇਰੇ ਪਿਤਾ ਦੀ ਪ੍ਰਤੀਕ ਹੈ। ਬਾਪ ਘਰ ਦਾ ਮੁਖੀਆ ਹੁੰਦਾ, ਉਹਦੀ ਗੱਲ ਘਰ ਦੇ ਸਾਰੇ ਸਦੱਸਿਆਂ ਨੂੰ ਮੰਨਣੀ ਪੈਂਦੀ ਹੈ। ਉਹਨੇ ਤਾਂ ਮੈਨੂੰ ਵੇਚ ਦਿੱਤਾ ਹੈ, ਮੈਨੂੰ ਉਸ ਕੋਲੋਂ ਕਿਸੇ ਮਦਦ ਦੀ ਆਸ ਨਹੀਂ ਹੈ, ਇਸ ਲਈ ਮੈਂ ਉਹਨੂੰ ਮਿਟਾ ਦਿੰਦਾ। ਫਿਰ ਇਹੋ ਜਿਹੀ ਇੱਕ ਲਕੀਰ ਖਿੱਚ ਲੈਣਾ ਜੋ ਮੇਰੀ ਮਾਂ ਦੀ ਪ੍ਰਤੀਕ ਹੈ। ਉਹਨੇ ਵੀ ਛੋਟੇ ਬੱਚੇ ਦੀ ਮਦਦ ਕੀਤੀ ਹੈ, ਮੈਨੂੰ ਵਿਸਾਰ ਦਿੱਤਾ ਹੈ, ਉਸ ਤੋਂ ਵੀ ਮੈਨੂੰ ਕਿਸੇ ਮਦਦ ਦੀ ਆਸ ਨਹੀਂ, ਇਸ ਲਈ ਮੈਂ ਉਸ ਨੂੰ ਵੀ ਮਿਟਾ ਦਿੰਦਾ। ਤੀਜੀ ਜ਼ਰਾ ਵੱਧ ਲੰਬੀ ਲਕੀਰ ਰਾਜਾ ਸਾਹਿਬ ਦੀ ਪ੍ਰਤੀਕ ਹੈ। ਜਦੋਂ ਮਾਂ-ਬਾਪ ਮਦਦ ਕਰਨ 'ਚ ਅਸਫਲ ਰਹਿੰਦੇ ਹਨ ਤਾਂ ਰਾਜਾ ਹੀ ਪ੍ਰਜਾ ਦੀ ਮਦਦ ਕਰਦਾ ਹੈ। ਰਾਜੇ ਨੇ ਮੈਨੂੰ ਖਰੀਦ ਲਿਆ, ਹੁਣ ਜੋ ਵੀ ਮੇਰਾ ਕਰਨ, ਮਾਰਨ ਜਾਂ ਜਿੰਦਾ ਰੱਖਣ, ਇਹ ਉਹਨਾਂ ਦਾ ਅਧਿਕਾਰ ਹੈ। ਉਹਨਾਂ ਕੋਲੋਂ ਵੀ ਮੈਂ ਬੇਉਮੀਦ ਹੋ ਗਿਆ, ਇਸ ਲਈ ਮੈਂ ਉਸ ਲਕੀਰ ਨੂੰ ਵੀ ਮਿਟਾ ਦਿੰਦਾ। ਚੌਥੀ ਲੰਬੀ ਲਕੀਰ ਸੰਸਾਰ ਦੇ ਮਾਲਕ ਪਰਮਾਤਮਾ ਦੀ ਪ੍ਰਤੀਕ ਹੈ। ਮੈਨੂੰ ਹੁਣ ਉਹਨਾਂ ਦਾ ਹੀ ਸਹਾਰਾ ਹੈ। ਮੇਰਾ ਕੀ ਹੋਏਗਾ ਹੁਣ ਪਰਮਾਤਮਾ ਦੇ ਹੱਥ 'ਚ ਹੈ, ਇਸ ਲਈ ਮੈਂ ਹੁਣ ਉਸੇ ਲਕੀਰ ਨਾਲ ਗੱਲਾਂ ਕਰਦਾ। ਗੁਰੂ ਦੀ ਇਹ ਗੱਲ ਸੁਣ ਕੇ ਰਾਜੇ ਦੀਆਂ ਅੱਖਾਂ ਵਰਨ ਲੱਗ ਪਈਆਂ। ਉਹਨੇ ਗੁਰੂ ਨੂੰ ਗੋਦੀ 'ਚ ਲੈ ਲਿਆ ਤੇ ਕਿਹਾ, ਬੇਟਾ ਮੈਂ ਜ਼ਾਲਮ ਨਹੀਂ, ਮੈਂ ਤੇਰੀ ਬਲੀ ਨਹੀਂ ਦੇਵਾਂਗਾ, ਪਰ ਤੂੰ ਹੁਣ ਇਸ ਦੇਸ਼ ਦਾ ਰਾਜਾ ਬਣੇਗਾ।
ਤੂੰ ਆਪਣੇ ਮਾਤਾ ਪਿਤਾ ਨੂੰ ਵੀ ਮਹਿਲਾਂ 'ਚ ਬੁਲਾ ਸਕਦਾ ਹੈ। ਧੰਨਵਾਦ। ਅਗਲੀ ਕਹਾਣੀ ਹੈ ਇਮਾਨਦਾਰ ਰਾਜੇ ਦੀ ਤਲਾਸ਼। ਟੈਕਸਲਾ ਦਾ ਰਾਜਾ ਬੁੱਢਾ ਹੋ ਗਿਆ। ਉਹ ਸ਼ਕਤੀਸ਼ਾਲੀ, ਅਕਲਮੰਦ ਪਰ ਇਮਾਨਦਾਰ ਨੌਜਵਾਨ ਨੂੰ ਆਪਣਾ ਜਾਨਸ਼ੀਨ ਬਣਾਉਣਾ ਚਾਹੁੰਦਾ ਸੀ। ਜਿਹੜਾ ਵੀ ਨੌਜਵਾਨ ਉਹਨੂੰ ਖੂਬਸੂਰਤ, ਬਹਾਦਰ ਤੇ ਅਕਲਮੰਦ ਨਜ਼ਰ ਆਉਂਦਾ, ਉਹਦਾ ਨਾਂ ਤੇ ਪਤਾ ਉਹ ਆਪਣੀ ਡਾਇਰੀ 'ਚ ਲਿਖ ਲੈਂਦਾ। ਇਸੇ ਤਰ੍ਹਾਂ ਉਹਨੇ 30 ਨੌਜਵਾਨਾਂ ਦੀ ਸੂਚੀ ਤਿਆਰ ਕਰ ਲਈ। ਦੁਸਹਿਰੇ ਵਾਲੇ ਦਿਨ ਉਹਨੇ 30 ਨੌਜਵਾਨਾਂ ਨੂੰ ਆਪਣੇ ਮਹਿਲ 'ਚ ਬੁਲਾਇਆ। ਹਰੇਕ ਨੌਜਵਾਨ ਨੂੰ ਇੱਕ ਗਮਲਾ ਦਿੱਤਾ ਤੇ ਇੱਕ ਬੀਜ ਵੀ ਦਿੱਤਾ। ਗਮਲੇ ਨੂੰ ਮਿੱਟੀ ਤੇ ਖਾਦ ਨਾਲ ਭਰਿਆ ਹੋਇਆ ਸੀ। ਰਾਜੇ ਨੇ ਹੁਕਮ ਦਿੱਤਾ, ਆਪਣਾ ਆਪਣਾ ਗਮਲਾ ਘਰ ਲੈ ਜਾਓ ਤੇ ਜਿਹੜਾ ਬੀਜ ਤੁਹਾਨੂੰ ਦਿੱਤਾ ਗਿਆ ਹੈ, ਇਸ ਵਿੱਚ ਬੀਜ ਦਿਓ। ਅੱਜ ਤੋਂ 25 ਦਿਨਾਂ ਬਾਅਦ ਪੌਦੇ ਸਣੇ ਗਮਲਾ ਲੈ ਕੇ ਇੱਥੇ ਮੁੜ ਆਓ। ਜਿਸ ਦੇ ਗਮਲੇ ਦਾ ਪੌਦਾ ਸਭ ਤੋਂ ਹਰਾ, ਉੱਚਾ ਤੇ ਖੂਬਸੂਰਤ ਹੋਏਗਾ, ਉਸੇ ਨੂੰ ਟੈਕਸਲਾ ਦਾ ਰਾਜਾ ਬਣਾ ਦਿੱਤਾ ਜਾਏਗਾ। ਸਾਰੇ ਨੌਜਵਾਨ ਆਪੋ ਆਪਣੇ ਗਮਲੇ ਨੂੰ ਘਰ ਲੈ ਗਏ ਤੇ ਬੀਜ ਨੂੰ ਗਮਲੇ 'ਚ ਬੀਜ ਦਿੱਤਾ। ਉਹਨਾਂ 'ਚ ਇੱਕ ਗਰੀਬ ਪਰ ਬਹੁਤ ਖੂਬਸੂਰਤ ਤੇ ਅਕਲਮੰਦ ਨੌਜਵਾਨ ਵੀ ਸੀ। ਉਹਨੇ ਵੀ ਆਪਣੇ ਗਮਲੇ 'ਚ ਬੀਜ ਦਿੱਤਾ, ਪਰ ਕਈ ਦਿਨ ਲੰਘਣ ਬਾਅਦ ਵੀ ਗਮਲੇ 'ਚ ਕੋਈ ਬੂਟਾ ਨਾ ਉੱਗਿਆ। ਉਹ ਉਦਾਸ ਹੋ ਗਿਆ, ਪਰ ਉਸੇ ਤਰ੍ਹਾਂ ਗਮਲੇ 'ਚ ਪੌਦਾ ਉੱਗਣ ਦੀ ਉਡੀਕ ਕਰਦਾ ਰਿਹਾ। ਉਹ ਹੋਰਨਾਂ ਨੌਜਵਾਨਾਂ ਨੂੰ ਮਿਲਿਆ। ਹਰੇਕ ਦੇ ਗਮਲੇ 'ਚ ਹਰੇ ਭਰੇ ਫੁੱਲਾਂ ਨਾਲ ਲੱਦੇ ਪੌਦੇ ਸਨ। 25 ਦਿਨਾਂ ਬਾਅਦ ਸਾਰੇ ਨੌਜਵਾਨ ਆਪੋ ਆਪਣੇ ਲਹਿਰਾਉਂਦੇ ਬੂਟਿਆਂ ਵਾਲੇ ਗਮਲੇ ਲੈ ਕੇ ਰਾਜੇ ਦੇ ਮਹਿਲ ਪਹੁੰਚ ਗਏ, ਪਰ ਗਰੀਬ ਨੌਜਵਾਨ ਦੇ ਗਮਲੇ 'ਚ ਕੋਈ ਪੌਦਾ ਨਹੀਂ। ਸਾਰੇ ਬੜੇ ਖੁਸ਼ ਸਨ। ਰਾਜੇ ਨੇ ਸਾਰੇ ਗਮਲੇ ਦੇਖੇ, ਉਸ ਗਮਲੇ ਨੂੰ ਵੀ ਦੇਖਿਆ ਜਿਸ 'ਚ ਕੋਈ ਪੌਦਾ ਨਹੀਂ ਸੀ ਉੱਗਿਆ। ਰਾਜੇ ਨੇ ਐਲਾਨ ਕੀਤਾ ਕਿ ਬਿਨਾਂ ਪੌਦੇ ਦੇ ਗਮਲੇ ਵਾਲਾ ਨੌਜਵਾਨ ਹੀ ਮਾਤਰ ਇਮਾਨਦਾਰ ਆਦਮੀ ਹੈ। ਮੈਂ 30 ਦੇ 30 ਬੀਜ ਉਬਾਲ ਕੇ ਸੁਕਾ ਕੇ ਨੌਜਵਾਨਾਂ ਨੂੰ ਦਿੱਤੇ ਸਨ। ਕੋਈ ਵੀ ਬੀਜ ਉੱਗਣ ਵਾਲਾ ਨਹੀਂ ਸੀ, ਪਰ ਨੌਜਵਾਨਾਂ ਨੇ ਜਦੋਂ ਬੀਜ ਨਾ ਉੱਗੇ, ਨਵੇਂ ਬੀਜ ਲਿਆ ਕੇ ਬੀਜ ਦਿੱਤੇ। ਉਹ ਉੱਗ ਪਏ ਤੇ ਵੱਡੇ ਵੱਡੇ ਪੌਦਿਆਂ ਨੂੰ ਜਨਮ ਦੇਣ ਵਾਲੇ ਬਣੇ। ਸਿਰਫ ਇੱਕ ਨੌਜਵਾਨ ਨੇ ਇਮਾਨਦਾਰੀ ਵਿਖਾਈ ਹੈ। ਮੈਂ ਉਸੇ ਨੂੰ ਹੀ ਟੈਕਸਲਾ ਦਾ ਰਾਜਾ ਘੋਸ਼ਿਤ ਕਰਦਾ ਹਾਂ। ਗਰੀਬ ਨੌਜਵਾਨ ਨੇ ਰਾਜਾ ਜੀ ਨੂੰ ਪ੍ਰਣਾਮ ਕੀਤਾ। ਹੋਰਨਾਂ ਨੌਜਵਾਨਾਂ ਨੂੰ ਵੀ ਨਮਸਕਾਰ ਕੀਤਾ। ਰਾਜੇ ਨੇ ਬੜੇ ਚੰਗੇ ਢੰਗ ਨਾਲ ਇਮਾਨਦਾਰੀ ਦੀ ਪ੍ਰੀਖਿਆ ਲਈ। ਗਰੀਬ ਨੌਜਵਾਨ ਨੂੰ ਮਹਿਲਾਂ 'ਚ ਸਣੇ ਪਰਿਵਾਰ ਰਹਿਣ ਲਈ ਬੁਲਾਇਆ ਗਿਆ, ਤਾਂ ਜੋ ਰਾਜਾ ਬਣਨ ਲਈ ਉਸ ਨੂੰ ਤਿਆਰ ਕੀਤਾ ਜਾਵੇ। ਧੰਨਵਾਦ। ਅਗਲੀ ਕਹਾਣੀ ਹੈ ਈਰਖਾ। ਮਹਾਰਾਸ਼ਟਰ, ਬੰਬਈ ਦਾ ਰਾਜਾ ਬੁੱਢਾ ਹੋ ਗਿਆ। ਉਹਦੇ ਸਾਰੇ ਵਜ਼ੀਰ ਤਖਤ ਦੇ ਹੱਕਦਾਰ ਸਨ। ਸਾਰੇ ਦੇ ਸਾਰੇ ਇੱਕੋ ਜਿੰਨੇ ਅਧਿਕਾਰੀ ਸਨ। ਰਾਜਾ ਇਸ ਸੋਚ ਵਿੱਚ ਸੀ ਕਿ ਵਜ਼ੀਰਾਂ ਵਿੱਚੋਂ ਸਭ ਤੋਂ ਵਧੀਆ, ਤਾਕਤਵਰ, ਅਕਲਮੰਦ ਤੇ ਲੋਕ ਹਿਤੈਸ਼ੀ ਵਜ਼ੀਰ ਦੀ ਚੋਣ ਕਿਵੇਂ ਕੀਤੀ ਜਾਏ। ਸੋਚ ਕੇ ਆਖਰ ਉਹਨੂੰ ਇੱਕ ਤਰਕੀਬ ਸੁੱਝੀ। ਰਾਜੇ ਨੇ ਮਹਿਲਾਂ ਦੇ ਨੇੜੇ ਇੱਕ ਡੂੰਘਾ, ਲੰਬਾ ਤੇ ਚੌੜਾ ਟੋਇਆ ਪਟਵਾਇਆ। ਸਾਰੇ ਵਜ਼ੀਰ ਹੈਰਾਨ ਸਨ ਕਿ ਰਾਜਾ ਤਲਾਬ ਵਰਗਾ ਟੋਇਆ ਕਿਉਂ ਪਟਵਾ ਰਿਹਾ ਹੈ। ਜਦੋਂ ਟੋਇਆ 8 ਫੁੱਟ ਡੂੰਘਾ ਹੋ ਗਿਆ, ਉਸ ਵਿੱਚ 6 ਫੁੱਟ ਪੌੜੀ ਰੱਖੀ ਗਈ। ਰਾਜੇ ਨੇ ਐਲਾਨ ਕੀਤਾ ਕਿ ਸਾਰੇ ਵਜ਼ੀਰ ਸਹਿਬਾਨ ਜੋ ਰਾਜਾ ਬਣਨ ਦੇ ਚਾਹਵਾਨ ਹਨ, ਇਸ ਟੋਏ 'ਚ ਪੌੜੀ ਦੀ ਮਦਦ ਨਾਲ ਉਤਰ ਜਾਣ। ਜਦੋਂ ਇਸ਼ਾਰੇ ਦੀ ਸੀਟੀ ਵਜਾਈ ਜਾਵੇ, ਸਾਰੇ ਵਜ਼ੀਰ ਟੋਏ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ। ਜਿਹੜਾ ਵਜ਼ੀਰ ਸਭ ਤੋਂ ਪਹਿਲਾਂ ਟੋਏ ਤੋਂ ਬਾਹਰ ਨਿਕਲੇਗਾ, ਉਸੇ ਨੂੰ ਮਹਾਰਾਸ਼ਟਰ ਦਾ ਰਾਜਾ ਚੁਣ ਲਿਆ ਜਾਏਗਾ। ਰਾਜੇ ਦੀ ਆਗਿਆ ਅਨੁਸਾਰ ਸਾਰੇ ਵਜ਼ੀਰ ਟੋਏ 'ਚ ਉਤਰ ਗਏ। ਸਾਰੇ ਪੌੜੀ ਦੇ ਨੇੜੇ ਖੜੇ ਹੋ ਗਏ। ਜਦੋਂ ਰਾਜਾ ਜੀ ਨੇ ਸੀਟੀ ਵਜਾਈ, ਸਾਰੇ ਇੱਕ ਦੂਜੇ ਤੋਂ ਪਹਿਲਾਂ ਟੋਏ 'ਚੋਂ ਬਾਹਰ ਨਿਕਲਣ ਦਾ ਯਤਨ ਕਰਨ ਲੱਗੇ। ਜਦੋਂ ਵੀ ਕੋਈ ਵਜ਼ੀਰ ਪੌੜੀ ਦੇ ਸਿਖਰ ਤੱਕ ਪਹੁੰਚਣ ਵਾਲਾ ਹੁੰਦਾ, ਬਾਕੀ ਦੇ ਵਜ਼ੀਰ ਪੌੜੀ ਨੂੰ ਹੇਠਾਂ ਵੱਲ ਖਿੱਚ ਲੈਂਦੇ ਤੇ ਆਪ ਪੌੜੀ ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਦੇ। ਇਸ ਖਿੱਚੋਤਾਣੀ 'ਚ ਕੋਈ ਵਜ਼ੀਰ ਵੀ ਟੋਏ ਤੋਂ ਬਾਹਰ ਨਾ ਨਿਕਲ ਸਕਿਆ, ਸਗੋਂ ਆਪਸ ਵਿੱਚ ਹੀ ਘਸੁੰਨ ਮੁੱਕੀ ਹੋਈ ਗਏ। ਕਈਆਂ ਦੀਆਂ ਲੱਤਾਂ ਟੁੱਟੀਆਂ ਤੇ ਕਈਆਂ ਦੀਆਂ ਬਾਹਾਂ। ਜਦੋਂ ਬਾਹਰ ਨਿਕਲਣ ਦਾ ਸਮਾਂ ਖਤਮ ਹੋ ਗਿਆ ਤਾਂ ਉਹਨਾਂ ਨੂੰ ਟੋਏ ਤੋਂ ਬਾਹਰ ਕੱਢਿਆ ਗਿਆ। ਰਾਜਾ ਸਾਹਿਬ ਨੇ ਐਲਾਨ ਕੀਤਾ, ਕੋਈ ਵੀ ਵਜ਼ੀਰ ਰਾਜਾ ਬਣਨ ਦੇ ਯੋਗ ਨਹੀਂ ਹੈ। ਉਹ ਸਾਰੇ ਮਤਲਬੀ ਹਨ, ਸਵਾਰਥੀ ਹਨ। ਮੈਂ ਕੋਈ ਹੋਰ ਤਰੀਕਾ ਰਾਜੇ ਦੀ ਚੋਣ ਕਰਨ ਲਈ ਵਰਤਾਂਗਾ। ਆਪਣੇ ਵਿਵਹਾਰ ਤੇ ਸਾਰੇ ਵਜ਼ੀਰ ਸ਼ਰਮਿੰਦਾ ਸਨ। ਰਾਜਾ ਜੀ ਦਾ ਖਿਆਲ ਸੀ ਵਜ਼ੀਰ ਸਹਿਬਾਨ ਆਪੇ ਹੀ ਆਪਣੇ ਵਿੱਚੋਂ ਇੱਕ ਸਿਆਣੇ ਵਜ਼ੀਰ ਦੀ ਚੋਣ ਕਰ ਲੈਣਗੇ ਤੇ ਸਾਰਾ ਕੰਮ ਖੁਸ਼ ਅਸਲੂਬੀ, ਸਹਿਜ ਸੁਭਾਅ ਨਾਲ ਹੋ ਜਾਏਗਾ। ਪਰ ਮਨੁੱਖ ਦੀ ਦੁਸ਼ਮਣ ਈਰਖਾ ਨੇ ਸਾਰਾ ਕੰਮ ਵਿਗਾੜ ਦਿੱਤਾ।
ਬੰਦੇ ਦੀ ਮੈਂ ਹੀ ਉਹਨੂੰ ਤਰੱਕੀ ਨਹੀਂ ਕਰਨ ਦਿੰਦੀ। ਧੰਨਵਾਦ। ਅਗਲੀ ਕਹਾਣੀ। ਕਿਸੇ ਇਲਾਕੇ ਵਿੱਚ ਇੱਕ ਸੰਤ ਰਹਿੰਦਾ ਹੁੰਦਾ ਸੀ। ਉਹਦੇ ਉਪਦੇਸ਼ ਸੁਣਨ ਲਈ ਹਰ ਐਤਵਾਰ ਸੈਂਕੜੇ ਲੋਕ ਉੱਥੇ ਜਾਇਆ ਕਰਦੇ ਸਨ। ਉਹ ਦੋ ਗੱਲਾਂ ਖਾਸ ਤੌਰ ਤੇ ਕਿਹਾ ਕਰਦਾ ਸੀ। ਇੱਕ ਸੀ ਪਰਮਾਤਮਾ ਬਹੁਤ ਕੁਝ ਸਾਨੂੰ ਦਿੰਦਾ ਹੈ, ਤੇ ਦੂਸਰੀ ਸੀ ਲਾਲਚ ਬੁਰੀ ਬਲਾ ਹੈ। ਇੱਕ ਭਗਤ ਸੰਤ ਜੀ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਖੁਸ਼ ਹੋ ਕੇ ਸੰਤ ਜੀ ਮਹਾਰਾਜ ਨੇ ਭਗਤ ਨੂੰ 4 ਮੋਮਬੱਤੀਆਂ ਦਿੱਤੀਆਂ। ਇੱਕ ਲਾਲ ਸੀ, ਇੱਕ ਹਰੀ ਸੀ, ਇੱਕ ਨੀਲੀ ਤੇ ਇੱਕ ਸਫੈਦ ਸੀ। ਸੰਤ ਨੇ ਕਿਹਾ, ਇਹ ਮੋਮਬੱਤੀਆਂ ਧਨ ਦੇਣ ਵਾਲੀਆਂ ਮੋਮਬੱਤੀਆਂ ਹਨ। ਜੇ ਤੂੰ ਹਰੀ ਮੋਮਬੱਤੀ ਜਗਾ ਕੇ ਰਾਤ ਨੂੰ ਪਿੰਡ ਤੋਂ ਉੱਤਰ ਦਿਸ਼ਾ 'ਚ ਜਾਏਂਗਾ ਤਾਂ ਇੱਕ ਖਾਸ ਥਾਂ ਤੇ ਪਹੁੰਚ ਕੇ ਮੋਮਬੱਤੀ ਆਪੇ ਬੁੱਝ ਜਾਏਗੀ। ਜਿੱਥੇ ਮੋਮਬੱਤੀ ਬੁਝੇਗੀ ਉੱਥੇ ਪੁੱਟ ਕੇ ਵੇਖੀ, ਤੈਨੂੰ ਹੀਰਿਆਂ ਦੇ ਢੇਰ ਮਿਲਣਗੇ। ਤੂੰ ਜਿੰਨੇ ਹੀਰੇ ਤੇਰੀ ਮਰਜ਼ੀ ਹੈ ਇਕੱਠੇ ਕਰ ਲਈ। ਇਸੇ ਤਰ੍ਹਾਂ ਜੇ ਤੂੰ ਨੀਲੀ ਮੋਮਬੱਤੀ ਜਗਾ ਕੇ ਦੱਖਣ ਵੱਲ ਨੂੰ ਜਾਏਂਗਾ ਤੇ ਜਿੱਥੇ ਨੀਲੀ ਮੋਮਬੱਤੀ ਬੁਝੇਗੀ ਉਸ ਥਾਂ ਤੇ ਤੈਨੂੰ ਸੋਨੇ ਚਾਂਦੀ ਦੇ ਢੇਰ ਮਿਲਣਗੇ। ਤੂੰ ਜਿੰਨਾ ਚਾਹੇ ਸੋਨਾ ਚਾਂਦੀ ਚੁੱਕ ਲਵੀਂ। ਬਿਲਕੁਲ ਇਸ ਤਰ੍ਹਾਂ ਜੇ ਤੂੰ ਸਫੈਦ ਮੋਮਬੱਤੀ ਜਗਾ ਕੇ ਪੂਰਬ ਵੱਲ ਨੂੰ ਜਾਏਂਗਾ ਤੇ ਜਿੱਥੇ ਆਪੇ ਹੀ ਮੋਮਬੱਤੀ ਬੁਝੇਗੀ ਉੱਥੇ ਜ਼ਮੀਨ ਥੱਲਿਓਂ ਰੁਪਏ ਹੀ ਰੁਪਏ ਮਿਲਣਗੇ। ਤੂੰ ਚਾਹੇ ਰੁਪਈਆਂ ਨਾਲ ਬੋਰੀਆਂ ਭਰ ਲਈ। ਲਾਲ ਮੋਮਬੱਤੀ ਦਿੰਦਿਆਂ ਸੰਤ ਜੀ ਮਹਾਰਾਜ ਨੇ ਕਿਹਾ ਕਿ ਤੂੰ ਇਸ ਮੋਮਬੱਤੀ ਦੀ ਵਰਤੋਂ ਬਿਲਕੁਲ ਨਾ ਕਰੀ। ਭਗਤ ਬਹੁਤ ਖੁਸ਼ ਹੋਇਆ। ਉਹਨੇ ਸੰਤ ਜੀ ਨੂੰ ਮੱਥਾ ਟੇਕਿਆ ਤੇ ਅਗਲੀ ਭਲਕੇ ਮੋਮਬੱਤੀਆਂ ਦੀ ਕਰਾਮਾਤ ਵੇਖਣ ਦਾ ਫੈਸਲਾ ਕਰਕੇ ਸੌਂ ਗਿਆ। ਦੂਜੇ ਦਿਨ ਤੜਕੇ ਉੱਠ ਕੇ ਹਰੀ ਮੋਮਬੱਤੀ ਜਗਾਈ ਤੇ ਉੱਤਰ ਦਿਸ਼ਾ 'ਚ ਤੁਰ ਪਿਆ। ਅਜੇ ਉਹ 100 ਕੁ ਗਜ਼ ਗਿਆ ਸੀ ਕਿ ਮੋਮਬੱਤੀ ਬੁਝ ਗਈ। ਭਗਤ ਨੇ ਜ਼ਮੀਨ ਖੋਦ ਕੇ ਦੇਖੀ ਤਾਂ ਸੱਚਮੁੱਚ ਹੀ ਉਹਨੇ ਹੀਰਿਆਂ ਦੇ ਢੇਰ ਦੇਖੇ। ਉਹਨੇ ਮਿੱਟੀ ਪਾ ਪਾ ਕੇ ਹੀਰੇ ਢੱਕ ਦਿੱਤੇ ਤੇ ਫੈਸਲਾ ਕੀਤਾ ਕਿ ਹੁਣ ਨੀਲੀ ਮੋਮਬੱਤੀ ਦੀ ਕਰਾਮਾਤ ਦੇਖਦੇ ਹਾਂ। ਉਹਨੇ ਨੀਲੀ ਮੋਮਬੱਤੀ ਰੌਸ਼ਨ ਕੀਤੀ। ਉਹ ਦੱਖਣ ਵੱਲ ਨੂੰ ਤੁਰ ਪਿਆ ਤੇ ਉਹਦੇ ਪੈਰ ਤੁਰ ਨਹੀਂ ਰਹੇ ਸਨ, ਜਿਵੇਂ ਉੱਡ ਰਹੇ ਸਨ। ਜਿੱਥੇ ਮੋਮਬੱਤੀ ਬੁਝੀ ਉਹਨੇ ਜ਼ਮੀਨ ਦੇ ਥੱਲੇ ਸੋਨੇ ਚਾਂਦੀ ਦੇ ਢੇਰ ਦੇਖੇ। ਭਗਤ ਜੀ ਨੇ ਸੋਨੇ ਚਾਂਦੀ ਦੇ ਢੇਰਾਂ ਨੂੰ ਵੀ ਮਿੱਟੀ ਪਾ ਪਾ ਢੱਕ ਦਿੱਤਾ। ਬਿਲਕੁਲ ਇਸੇ ਤਰ੍ਹਾਂ ਸਫੈਦ ਮੋਮਬੱਤੀ ਦੀ ਕਰਾਮਾਤ ਵੇਖਣੀ ਚਾਹੀ। ਜਿੱਥੇ ਉਹ ਬੁਝੀ ਉੱਥੇ ਉਹਨੇ ਜਿਵੇਂ ਸੰਤ ਜੀ ਨੇ ਕਿਹਾ ਸੀ ਰੁਪਈਏ ਰੁਪਈਏ ਵੇਖੇ। ਉਹ ਥਾਂ ਵੀ ਉਹਨੇ ਢੱਕ ਦਿੱਤੀ ਤੇ ਉਹਨੇ ਸੋਚਿਆ ਕਿ ਲਾਲ ਮੋਮਬੱਤੀ ਦਾ ਭੇਦ ਸੰਤ ਜੀ ਨੇ ਛੁਪਾ ਲਿਆ। ਲਾਲ ਮੋਮਬੱਤੀ ਦਾ ਰਹੱਸ ਵੀ ਜਾਣਨਾ ਚਾਹੀਦਾ, ਪਰ ਭਗਤ ਦੀ ਜ਼ਮੀਰ ਨੇ ਉਹਨੂੰ ਲਾਲ ਮੋਮਬੱਤੀ ਦੀ ਵਰਤੋਂ ਕਰਨ ਤੋਂ ਰੋਕਿਆ। ਭਗਤ ਲਾਲਚ ਦਾ ਸ਼ਿਕਾਰ ਪੂਰੀ ਤਰ੍ਹਾਂ ਹੋ ਚੁੱਕਾ ਸੀ। ਉਹਨੇ ਜ਼ਮੀਰ ਦੀ ਗੱਲ ਸੁਣਨ ਵਾਲੀ ਸੰਤ ਜੀ ਦੀ ਨਸੀਹਤ ਵੱਲ ਕੋਈ ਧਿਆਨ ਨਾ ਦਿੱਤਾ। ਉਹਨੇ ਲਾਲ ਮੋਮਬੱਤੀ ਜਗਾਈ ਤੇ ਪੱਛਮ ਵੱਲ ਨੂੰ ਤੁਰ ਪਿਆ। ਤੁਰੀ ਗਿਆ। ਹਵਾ ਦਾ ਬੁੱਲਾ ਆਇਆ ਤੇ ਲਾਲ ਮੋਮਬੱਤੀ ਬੁਝ ਗਈ। ਭਗਤ ਜੀ ਨੇ ਜ਼ਮੀਨ ਪੁੱਟ ਕੇ ਵੇਖਿਆ, ਹੇਠਾਂ ਨੂੰ ਜਾਂਦੀਆਂ ਪੌੜੀਆਂ ਉਹਨੂੰ ਦਿਸੀਆਂ। ਉਹ ਜਲਦੀ ਨਾਲ ਹੇਠਾਂ ਉਤਰ ਗਿਆ। ਉਹਨੇ ਇੱਕ ਬੰਦ ਬੂਹਾ ਵੇਖਿਆ ਜਿਹਦਾ ਕੁੰਡਾ ਬਾਹਰੋਂ ਲੱਗਾ ਹੋਇਆ ਸੀ। ਭਗਤ ਜੀ ਨੇ ਫੌਰਨ ਦਰਵਾਜ਼ਾ ਖੋਲ੍ਹਿਆ ਤੇ ਕਮਰੇ 'ਚ ਵੜ ਗਿਆ। ਕਮਰੇ ਦੇ ਅੰਦਰੋਂ ਇੱਕ ਆਦਮੀ ਨੇ ਨਿਕਲ ਕੇ ਬੂਹੇ ਨੂੰ ਬਾਹਰੋਂ ਬੰਦ ਕਰ ਦਿੱਤਾ ਤੇ ਕੁਝ ਕਹਿੰਦਾ ਪੌੜੀਆਂ ਚੜ੍ਹ ਗਿਆ ਤੇ ਮਿੱਟੀ ਪਾ ਪਾ ਕੇ ਪੌੜੀਆਂ ਢੱਕ ਗਿਆ। ਉਹ ਕਹਿ ਰਿਹਾ ਸੀ, ਮੈਂ ਵੀ ਤੇਰੇ ਵਾਂਗ ਹੀ ਲਾਲਚੀ ਬਣ ਗਿਆ ਸੀ। ਹੁਣ ਤੂੰ ਇੱਥੇ ਹੀ ਮਰੇਂਗਾ। ਮੈਨੂੰ ਤਾਂ ਰੱਬ ਨੇ ਬਚਾ ਲਿਆ। ਹੁਣ ਕੋਈ ਤੇਰੇ ਤੋਂ ਵੀ ਵੱਡਾ ਲਾਲਚੀ ਆ ਕੇ ਤੇਰੀ ਜੇਲ੍ਹ ਦਾ ਬੂਹਾ ਖੋਲ੍ਹੇਗਾ। ਭਗਤ ਜੀ ਪਛਤਾਤਾਪ ਕਰਨ ਲੱਗ ਪਏ। ਉਹਨਾਂ ਦੀ ਸਮਝ 'ਚ ਆ ਗਿਆ ਕਿ ਕਿਵੇਂ ਲਾਲਚ ਬੁਰੀ ਬਲਾ ਹੁੰਦੀ ਹੈ। ਕਹਾਣੀ ਸੀ ਲਾਲਚ ਬੁਰੀ ਬਲਾ ਹੈ। ਧੰਨਵਾਦ। ਅਗਲੀ ਕਹਾਣੀ ਹੈ ਸਕੇ ਭਰਾਵਾਂ ਵਰਗੇ 2 ਦੋਸਤ। ਇਹ ਕਹਾਣੀ ਮਿਸਰ ਦੇਸ਼ ਦੀ ਹੈ, ਜਿੱਥੇ ਰੇਗਿਸਤਾਨ ਹੋਣ ਕਰਕੇ ਕਹਿਰਾਂ ਦੀ ਗਰਮੀ ਪੈਂਦੀ ਹੈ। ਕੁਦਰਤ ਨੇ ਮਿਸਰ ਨੂੰ ਛੋਟੀਆਂ ਵੱਡੀਆਂ ਕਈ ਝੀਲਾਂ, ਚਸ਼ਮੇ, ਬੌਲੀਆਂ ਤੇ ਲੰਬੇ ਲੰਬੇ ਨੀਲ ਵਰਗੇ ਕਈ ਦਰਿਆ ਵੀ ਦਿੱਤੇ ਹੋਏ ਹਨ। ਲੋਕ ਅਕਸਰ ਛੋਟੇ ਸ਼ਹਿਰ ਬਣਾ ਕੇ ਇਹਨਾਂ ਝੀਲਾਂ, ਚਸ਼ਮਿਆਂ, ਤਲਾਬਾਂ ਤੇ ਨਦੀਆਂ ਦੇ ਕਿਨਾਰੇ ਕਿਨਾਰੇ ਹੀ ਰਹਿੰਦੇ ਹਨ। ਉਸ ਸ਼ਹਿਰ ਨੂੰ ਨਖਲਿਸਤਾਨ ਕਿਹਾ ਜਾਂਦਾ ਹੈ। ਇਸ ਲਈ ਮਿਸਰ ਨੂੰ ਨਖਲਿਸਤਾਨਾਂ ਦਾ ਦੇਸ਼ ਕਿਹਾ ਜਾ ਸਕਦਾ ਹੈ। ਇੱਕ ਛੋਟੀ ਜਿਹੀ ਝੀਲ ਦੇ ਦੁਆਲੇ ਇੱਕ ਨਿੱਕਾ ਜਿਹਾ ਨਖਲਿਸਤਾਨ ਵਸਿਆ ਹੋਇਆ ਸੀ। ਉਸ ਸ਼ਹਿਰ ਦੇ ਸਕੂਲ ਵਿੱਚ 2 ਮੁੰਡੇ, ਇੱਕ 9ਵੀਂ ਵਿੱਚ ਤੇ ਦੂਜਾ 10ਵੀਂ 'ਚ ਪੜ੍ਹਦਾ ਸੀ। ਉਹਨਾਂ 'ਚ ਬਹੁਤ ਪਿਆਰ ਸੀ। ਸਤਿਕਾਰ ਨਾਲ ਛੋਟਾ ਵੱਡੇ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦਾ ਹੁੰਦਾ ਸੀ। ਵੱਡਾ ਮੁੰਡਾ ਵੀ ਛੋਟੇ ਨੂੰ ਬਹੁਤ ਪਿਆਰ ਕਰਦਾ ਸੀ। ਇੱਕ ਦਿਨ ਗਰਮੀ ਬਹੁਤ ਸੀ। ਵੱਡੇ ਭਰਾ ਨੂੰ ਜ਼ਿਆਦਾ ਹੀ ਤੰਗ ਕਰ ਰਹੀ ਸੀ। ਪਤਾ ਨਹੀਂ ਉਹਨੂੰ ਕੀ ਸੁੱਝਿਆ। ਉਹਨੇ ਛੋਟੇ ਮੁੰਡੇ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਕਿਹਾ, ਤੈਨੂੰ ਹੀ ਠੰਡੇ ਪਾਣੀ 'ਚ ਇਸ਼ਨਾਨ ਕਰਾਉਣ ਲਈ ਲਿਆਇਆ ਸੀ, ਵਰਨਾ ਗਰਮੀ 'ਚ ਤੁਰਨ ਫਿਰਨ ਦਾ ਮੇਰਾ ਸ਼ੌਕ ਨਹੀਂ ਹੈ। ਛੋਟੇ ਦੀ ਸਮਝ ਨਾ ਆਇਆ ਕਿ ਵੱਡੇ ਭਾਈ ਸਾਹਿਬ ਨੇ ਕਿਉਂ ਉਹਦੇ ਮੂੰਹ ਤੇ ਅਕਾਰਨ ਹੀ ਥੱਪੜ ਮਾਰਿਆ।
ਉਹਨੇ ਇੱਕ ਸੋਟੀ ਨਾਲ ਹੇਠਾਂ ਅੱਗ ਵਾਂਗ ਤਪਦੀ ਜ਼ਮੀਨ ਤੇ ਲਿਖਿਆ, ਅੱਜ ਅਕਾਰਨ ਹੀ ਮੇਰੇ ਵੱਡੇ ਭਾਈ ਸਾਹਿਬ ਨੇ ਮੇਰੇ ਮੂੰਹ ਤੇ ਇੱਕ ਥੱਪੜ ਮਾਰਿਆ। ਇਹ ਪੜ੍ਹਦਿਆਂ ਹੀ ਵੱਡੇ ਨੇ ਛੋਟੇ ਨੂੰ ਜੱਫੀ ਪਾਈ ਤੇ ਘੁੱਟ ਕੇ ਪਿਆਰ ਕੀਤਾ। ਗਰਮ ਹਵਾ ਤੇ ਲੂ ਦੀ ਹਨੇਰੀ ਆਈ ਜੋ ਰੇਤ ਨੂੰ ਚੁੱਕ ਕੇ ਕਿਤੇ ਦੀ ਕਿਤੇ ਲੈ ਗਈ। ਲਿਖਤ ਮਿਟ ਗਈ। ਵੱਡਾ ਭਰਾ ਹੱਸ ਪਿਆ। ਦੋਨੋਂ ਤੇਜ਼ੀ ਨਾਲ ਚੱਲਦੇ ਚੱਲਦੇ ਸ਼ਹਿਰ 'ਚ ਪਹੁੰਚ ਗਏ। ਝੀਲ ਵਿੱਚ ਸੈਂਕੜੇ ਲੋਕ ਨਹਾ ਰਹੇ ਸਨ। ਦੋਵਾਂ ਭਰਾਵਾਂ ਨੇ ਕੱਪੜੇ ਉਤਾਰੇ ਤੇ ਝੀਲ 'ਚ ਛਲਾਂਗਾਂ ਮਾਰ ਦਿੱਤੀਆਂ। ਝੀਲ ਦੇ ਠੰਡੇ ਪਾਣੀ 'ਚ ਨਹਾ ਕੇ ਦੋਨਾਂ ਨੂੰ ਮਜ਼ਾ ਆ ਰਿਹਾ ਸੀ। ਗਲਤੀ ਨਾਲ ਛੋਟਾ ਭਰਾ ਡੂੰਘੇ ਪਾਣੀ ਵੱਲ ਚਲਾ ਗਿਆ। ਪਾਣੀ ਬਹੁਤ ਡੂੰਘਾ ਸੀ। ਉਸ ਡੁੱਬਣ ਲੱਗ ਪਿਆ ਸੀ। ਵੱਡੇ ਭਰਾ ਨੇ ਤੁਰੰਤ ਉਸ ਕੋਲ ਪਹੁੰਚ ਕੇ ਉਹਦੀ ਜਾਨ ਬਚਾਈ। ਵੱਡਾ ਬੜਾ ਹੀ ਖੁਸ਼ ਸੀ ਕਿ ਛੋਟਾ ਬਚ ਗਿਆ। ਜਦੋਂ ਇਸ਼ਨਾਨ ਤੋਂ ਬਾਅਦ ਉਹ ਕੁਝ ਖਾ ਪੀ ਕੇ ਵਿਹਲੇ ਹੋਏ, ਛੋਟਾ ਭਰਾ ਸ਼ਹਿਰ 'ਚ ਗਿਆ ਤੇ ਇੱਕ ਛੈਣੀ ਤੇ ਇੱਕ ਹਥੌੜਾ ਲੈ ਕੇ ਆਇਆ। ਉਹਨੇ ਝੀਲ ਦੇ ਨੇੜੇ ਤੇ ਪਹਾੜ ਤੇ ਉਕੇਰ ਦਿੱਤਾ, ਅੱਜ ਮੇਰੇ ਵੱਡੇ ਭਾਈ ਸਾਹਿਬ ਨੇ ਮੈਨੂੰ ਡੂੰਘੇ ਪਾਣੀ 'ਚ ਡੁੱਬਣ ਤੋਂ ਬਚਾਇਆ। ਕਾਫੀ ਜ਼ੋਰ ਦੀ ਝੱਖੜ ਆਇਆ ਪਰ ਉਹ ਛੋਟੇ ਵੱਲੋਂ ਲਿਖੀ ਇਬਾਰਤ ਨੂੰ ਮਿਟਾ ਨਾ ਸਕਿਆ। ਪਹਾੜ 'ਚ ਕੁਰੇਦਿਆ ਹੋਇਆ ਸੀ, ਅੱਜ ਮੈਨੂੰ ਮੇਰੇ ਵੱਡੇ ਭਾਈ ਸਾਹਿਬ ਨੇ ਡੁੱਬਣ ਤੋਂ ਬਚਾਇਆ। ਵੱਡਾ ਭਰਾ ਸਮਝ ਗਿਆ ਜਦੋਂ ਕਿਸੇ ਨਾਲ ਨਾਰਾਜ਼ਗੀ ਹੋ ਜਾਏ ਤਾਂ ਹਲਕੇ ਫੁਲਕੇ ਮਿਟ ਜਾਣ ਵਾਲੇ ਸ਼ਬਦਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, ਪਰ ਜਦੋਂ ਕਿਸੇ ਦੀ ਮਿਹਰਬਾਨੀ ਦਾ ਇਜ਼ਹਾਰ ਕਰਨਾ ਹੋਵੇ ਤਾਂ ਦ੍ਰਿੜ ਸ਼ਬਦਾਂ ਨਾਲ, ਕਦੇ ਨਾ ਮਿਟਣ ਵਾਲੇ ਸ਼ਬਦਾਂ ਨਾਲ ਕਰਨਾ ਚਾਹੀਦਾ ਹੈ। ਛੋਟੇ ਨੇ ਜਦੋਂ ਇਸ ਤਰ੍ਹਾਂ ਹੀ ਵੱਡੇ ਭਰਾ ਵੱਲੋਂ ਉਹਦੇ ਮੂੰਹ ਤੇ ਥੱਪੜ ਮਾਰਨ ਵਾਲੀ ਗੱਲ ਦਾ ਗੁੱਸਾ ਜ਼ਾਹਰ ਕੀਤਾ ਤਾਂ ਮਿੱਟੀ ਵਿੱਚ ਹੀ ਨਾਰਾਜ਼ਗੀ ਦੇ ਸ਼ਬਦ ਲਿਖੇ। ਹਨੇਰੀ ਆਈ ਜਿਸ ਨੇ ਗੁੱਸੇ ਦੇ ਸ਼ਬਦਾਂ ਨੂੰ ਤੁਰੰਤ ਮਿਟਾ ਦਿੱਤਾ, ਪਰ ਜਦੋਂ ਉਹਨੇ ਸ਼ੁਕਰੀਆ ਕੀਤਾ ਤਾਂ ਪਹਾੜ ਵਿੱਚ ਸ਼ਬਦ ਕੁਰੇਦ ਕੇ ਕੀਤਾ। ਧੰਨਵਾਦ। ਅਗਲੀ ਕਹਾਣੀ ਹੈ ਮਿੱਠੇ, ਹੌਸਲਾ ਦਿਵਾਊ ਤੇ ਆਤਮ ਵਿਸ਼ਵਾਸ ਵਧਾਊ ਸ਼ਬਦਾਂ ਦਾ ਪ੍ਰਭਾਵ। ਬਹੁਤ ਅਰਸਾ ਨਹੀਂ ਹੋਇਆ, ਲਖਨਊ 'ਚ ਦੋ ਪੱਕੇ ਮਿੱਤਰ ਰਹਿੰਦੇ ਸਨ। ਦੋਨੋਂ ਇੱਕ ਦੂਜੇ ਉੱਤੇ ਜਾਨ ਛਿੜਕਦੇ ਸਨ। ਇੱਕ ਦੋਸਤ ਦਾ ਨਾਮ ਮਿਸਟਰ ਡੇਵਿਡ ਸੀ ਜੋ ਕਿੱਤੇ ਤੋਂ ਡਾਕਟਰ ਸੀ ਤੇ ਆਪਣੇ ਵਕਤ ਦਾ ਉਹ ਸਭ ਤੋਂ ਪ੍ਰਸਿੱਧ ਡਾਕਟਰ ਸੀ। ਉਹ ਮਿੱਠ ਬੋਲੜਾ ਤੇ ਅੱਤ ਦਾ ਸਾਊ ਆਦਮੀ ਸੀ। ਉਹ ਆਪਣੇ ਮਰੀਜ਼ਾਂ ਦੀ ਹਮੇਸ਼ਾ ਹੌਸਲਾ ਅਫਜ਼ਾਈ ਕਰਦਾ ਸੀ ਤੇ ਆਤਮ ਵਿਸ਼ਵਾਸ ਵਧਾਉਂਦਾ ਸੀ। ਉਹਦੀ ਨੇਕੀ ਸਾਰੀਆਂ ਬੁਲੰਦੀਆਂ ਛੂਹ ਚੁੱਕੀ ਸੀ। ਦੂਜਾ ਦੋਸਤ ਪ੍ਰੋਫੈਸਰ ਰਾਮਦਾਸ ਸੀ ਜੋ ਯੂਨੀਵਰਸਿਟੀ ਲਖਨਊ ਦੇ ਗਣਿਤ ਵਿਭਾਗ ਦਾ ਮੁਖੀ ਸੀ। ਉਹਦੀ ਸਿਹਤ ਢਿੱਲੀ ਮੱਠੀ ਰਹਿੰਦੀ ਕਿਉਂਕਿ ਉਹਨਾਂ ਦਾ ਸਰੀਰ ਗਹਿਰਾ ਸੀ ਤੇ ਦਿਲ ਵੀ ਮਜ਼ਬੂਤ ਨਹੀਂ ਸੀ। ਡਾਕਟਰ ਡੇਵਿਡ ਹਰ ਸ਼ਾਮ ਆਪਣੇ ਦੋਸਤ ਪ੍ਰੋਫੈਸਰ ਰਾਮਦਾਸ ਦੇ ਘਰ ਜਾਂਦੇ, ਉਸ ਕੋਲ ਬੈਠਦੇ, ਦਿਲ ਰੱਖੂ ਤੇ ਹੌਸਲਾ ਵਧਾਊ ਗੱਲਾਂ ਵੀ ਕਰਦੇ ਤੇ ਉਹਦਾ ਇਲਾਜ ਵੀ ਕਰਦੇ। ਖੂਨ ਦੀ ਕਮੀ ਤੇ ਦਿਲ 'ਚ ਗੜਬੜੀ ਦੇ ਕਾਰਨ ਪ੍ਰੋਫੈਸਰ ਰਾਮਦਾਸ ਦਿਨ ਬ ਦਿਨ ਕਮਜ਼ੋਰ ਹੁੰਦੇ ਜਾਂਦੇ ਸੀ। ਇੱਕ ਦਿਨ ਮਿਸਟਰ ਰਾਮਦਾਸ ਨੇ ਡਾਕਟਰ ਡੇਵਿਡ ਨੂੰ ਸਿੱਧਾ ਸਵਾਲ ਪੁੱਛਿਆ, ਡੇਵਿਡ ਸਾਹਿਬ ਮੈਨੂੰ ਇਹ ਦੱਸੋ ਕਿ ਮੈਂ 2-3 ਦਿਨ ਕੱਟ ਜਾਵਾਂਗਾ ਕਿ ਨਹੀਂ? ਜੇ ਮੈਂ ਬਚਣਾ ਹੀ ਨਹੀਂ ਤੇ ਮੈਂ ਅੱਜ ਰਾਤ ਤੋਂ ਪਹਿਲਾਂ ਆਪਣੀ ਵਸੀਅਤ ਲਿਖਵਾਉਣ ਦਾ ਯਤਨ ਕਰਾਂ। ਡਾਕਟਰ ਡੇਵਿਡ ਦੀ ਖੂਬੀ ਸੀ ਕਿ ਉਹ ਕਦੇ ਝੂਠ ਨਹੀਂ ਸੀ ਬੋਲਦਾ। ਉਹ ਜਾਣਦਾ ਸੀ ਕਿ ਪ੍ਰੋਫੈਸਰ ਰਾਮਦਾਸ ਦਾ ਦਿਲ ਡਾਵਾਂਡੋਲ ਹੈ, ਖੂਨ ਦੀ ਕਮੀ ਹੈ, ਦਿਲ ਵਿੱਚ ਵੀ ਗੜਬੜੀ ਹੈ, ਦਿਲ ਅੱਤ ਦਰਜੇ ਦਾ ਕਮਜ਼ੋਰ ਹੈ, ਅੱਜ ਰਾਤ ਨੂੰ ਹੀ ਕਿਸੇ ਵੀ ਵੇਲੇ ਫੇਲ ਹੋ ਸਕਦਾ ਹੈ। ਪਰ ਉਹ ਸੱਚਾਈ ਰਾਮਦਾਸ ਨੂੰ ਦੱਸਣਾ ਨਹੀਂ ਸੀ ਚਾਹੁੰਦਾ। ਜਦੋਂ ਰਾਮਦਾਸ ਨੇ ਡਾਕਟਰ ਡੇਵਿਡ ਕੋਲੋਂ ਆਪਣੇ ਪ੍ਰਸ਼ਨ ਦਾ ਉੱਤਰ ਲੈਣ ਦੀ ਜ਼ਿੱਦ ਕੀਤੀ ਤਾਂ ਡਾਕਟਰ ਡੇਵਿਡ ਜੋ ਕਦੇ ਝੂਠ ਨਹੀਂ ਸੀ ਬੋਲਦਾ ਕਹਿਣ ਲੱਗਾ, ਤੈਨੂੰ ਵਸੀਅਤ ਲਿਖਵਾਉਣ ਦੀ ਲੋੜ ਨਹੀਂ ਹੈ, ਸਭ ਕੁਝ ਕੱਲ੍ਹ ਤੱਕ ਠੀਕ ਹੋ ਜਾਏਗਾ। ਪ੍ਰੋਫੈਸਰ ਰਾਮਦਾਸ ਲੰਮਾ ਪੈ ਗਿਆ ਤੇ ਸੌਂ ਗਿਆ। ਡਾਕਟਰ ਡੇਵਿਡ ਨੇ ਨਰਸ ਨੂੰ ਲਾਂਭੇ ਕਰਕੇ ਸਮਝਾਇਆ, ਰਾਮਦਾਸ ਦੀ ਹਾਲਤ ਬਹੁਤ ਨਾਜ਼ੁਕ ਹੈ, ਉਹ ਅੱਜ ਰਾਤ ਨੂੰ ਕਿਸੇ ਸਮੇਂ ਵੀ ਮਰ ਸਕਦਾ ਹੈ। ਤੂੰ ਟੀਕਾ ਤਿਆਰ ਰੱਖੀ ਤੇ ਹਰ ਵੇਲੇ ਮੰਜੇ ਦੇ ਲਾਗੇ ਖੜੀ ਰਹੀਂ। ਸਵੇਰ ਵੇਲੇ ਰਾਮਦਾਸ ਬਾਰੇ ਡਾਕਟਰ ਡੇਵਿਡ ਨੇ ਨਰਸ ਨੂੰ ਪੁੱਛਣਾ ਵਾਜਬ ਨਾ ਸਮਝਿਆ। ਆਪ ਹੀ 6 ਵਜੇ ਡਰਦਾ ਰਾਮਦਾਸ ਦੇ ਘਰ ਆਇਆ। ਸਾਰੇ ਪਾਸੇ ਚੁੱਪ-ਚਾਂ ਵੇਖ ਕੇ ਉਹ ਘਬਰਾ ਗਿਆ, ਪਰ ਜਦੋਂ ਅੰਦਰ ਵੜਿਆ ਰਾਮਦਾਸ ਬੈਠਾ ਚਾਹ ਪੀ ਰਿਹਾ ਸੀ। ਡਾਕਟਰ ਡੇਵਿਡ ਹੌਸਲਾ ਦਿਵਾਊ, ਦਿਲ ਰਖਾਊ ਤੇ ਆਤਮ ਵਿਸ਼ਵਾਸ ਵਧਾਊ ਸ਼ਬਦਾਂ ਦੀ ਕਰਾਮਾਤ ਵੇਖ ਕੇ ਹੈਰਾਨ ਹੋ ਗਿਆ। ਬਹੁਤੀ ਵਾਰ ਮੈਡੀਕਲ ਸਾਇੰਸ ਵੀ ਭਾਵੁਕਤਾ ਦੇ ਸਾਹਮਣੇ ਆ ਕੇ ਫੇਲ ਹੋ ਜਾਂਦੀ ਹੈ। ਧੰਨਵਾਦ। ਅਗਲੀ ਕਹਾਣੀ ਹੈ ਲੰਗੜਾ ਘੋੜਾ। ਸੇਠ ਮਨੋਹਰ ਲਾਲ ਆਪਣੇ ਘੋੜੇ ਦੀ ਬਹੁਤ ਸੇਵਾ ਕਰਦਾ ਸੀ। ਉਹਨੂੰ ਪਿਆਰ ਵੀ ਬਹੁਤ ਕਰਦਾ ਸੀ। ਉਹ ਪਿੰਡਾਂ 'ਚ ਕੱਪੜਾ ਵੇਚਣ ਵੀ ਘੋੜੇ ਤੇ ਚੜ੍ਹ ਕੇ ਜਾਇਆ ਕਰਦਾ ਸੀ। ਸੇਠ ਦਾ ਕੰਮ ਸਹਿਜੇ ਬਹੁਤ ਵੱਧ ਗਿਆ।
ਉਹਨੂੰ ਸ਼ਹਿਰ ਵਾਲੀ ਦੁਕਾਨ ਤੋਂ ਹੀ ਵੇਲ ਨਾ ਮਿਲਦੀ। ਇਸ ਲਈ ਉਹਨੇ ਆਪਣੇ ਘੋੜੇ ਦੀ ਸੇਵਾ ਲਈ, ਦੇਖਭਾਲ ਲਈ ਤੇ ਚੰਗੀ ਖੁਰਾਕ ਦੇਣ ਲਈ ਇੱਕ ਨੌਕਰ ਰੱਖ ਲਿਆ, ਜੋ ਸੇਠ ਤੋਂ ਵੀ ਵੱਧ ਘੋੜੇ ਦੀ ਸੇਵਾ ਕਰਨ ਲੱਗ ਪਿਆ। ਜਲਦੀ ਨੌਕਰ ਤੇ ਘੋੜਾ ਨਿੱਘੇ ਦੋਸਤ ਬਣ ਗਏ। ਇੱਕ ਦਿਨ ਸੇਠ ਮਨੋਹਰ ਲਾਲ ਨੇ ਦੇਖਿਆ ਕਿ ਘੋੜਾ ਲੰਗੜਾ ਕੇ ਤੁਰਦਾ ਹੈ। ਸੇਠ ਨੇ ਪਸ਼ੂਆਂ ਦੇ ਡਾਕਟਰਾਂ ਨੂੰ ਕਈ ਵਾਰ ਘੋੜਾ ਦਿਖਾਇਆ, ਪਰ ਹਰ ਡਾਕਟਰ ਨੇ ਇਹੋ ਹੀ ਕਿਹਾ ਕਿ ਘੋੜੇ ਦੀਆਂ ਲੱਤਾਂ ਬਿਲਕੁਲ ਠੀਕ ਹਨ। ਸੇਠ ਨੂੰ ਘੋੜੇ ਦੀ ਚਿੰਤਾ ਖਾਣ ਲੱਗੀ। ਉਹ ਇੱਕ ਦਿਨ ਘੋੜੇ ਨੂੰ ਆਪਣੇ ਗੁਰੂ ਜੀ ਕੋਲੇ ਲੈ ਗਿਆ, ਜੋ ਸ਼ਹਿਰ ਤੋਂ ਬਾਹਰ ਇੱਕ ਪਿੱਪਲ ਥੱਲੇ ਰਹਿੰਦੇ ਸੀ। ਘੋੜਾ ਸੱਚਮੁੱਚ ਹੀ ਲੰਗੜਾਉਂਦਾ ਸੀ। ਸੇਠ ਨੇ ਗੁਰੂ ਜੀ ਨੂੰ ਦੱਸਿਆ ਕਿ ਨੌਕਰ ਮੇਰੇ ਵਾਂਗ ਹੀ ਘੋੜੇ ਦੀ ਸੇਵਾ ਕਰਦਾ ਹੈ। ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਗੁਰੂ ਜੀ ਨੇ ਸੇਠ ਨੂੰ ਕਿਹਾ, ਕਿਸੇ ਦਿਨ ਨੌਕਰ ਨੂੰ ਨਾਲ ਲਿਆਵੇਂ। ਸੇਠ ਜੀ ਅਗਲੇ ਦਿਨ ਹੀ ਨੌਕਰ ਨੂੰ ਗੁਰੂ ਜੀ ਕੋਲ ਲੈ ਗਏ। ਗੁਰੂ ਜੀ ਨੇ ਨੌਕਰ ਨਾਲ ਘੋੜੇ ਬਾਰੇ ਕਈ ਗੱਲਾਂ ਕੀਤੀਆਂ ਤੇ ਸੇਠ ਨੂੰ ਕਿਹਾ, ਕੱਲ੍ਹ ਆਉਣਾ, ਮੈਂ ਦੱਸਾਂਗਾ ਕਿ ਕੀ ਕਰਨਾ ਚਾਹੀਦਾ ਹੈ। ਹੁਕਮ ਅਨੁਸਾਰ ਘੋੜੇ ਨੂੰ ਨਾਲ ਲੈ ਕੇ ਸਵੇਰੇ ਹੀ ਸੇਠ ਜੀ ਗੁਰੂ ਜੀ ਕੋਲ ਪਹੁੰਚ ਗਏ। ਗੁਰੂ ਜੀ ਨੇ ਸਮਝਾਇਆ ਕਿ ਨੌਕਰ ਨੂੰ ਬਦਲ ਦਿਓ, ਘੋੜਾ ਠੀਕ ਹੋ ਜਾਏਗਾ। ਸੇਠ ਦੀ ਤਸੱਲੀ ਨਾ ਹੋਈ, ਪਰ ਉਹਨੇ ਨੌਕਰ ਨੂੰ ਦੁਕਾਨ ਤੇ ਲਗਾ ਲਿਆ ਤੇ ਘੋੜੇ ਵਾਸਤੇ ਇੱਕ ਹੋਰ ਨੌਕਰ ਰੱਖ ਦਿੱਤਾ। ਸੱਚਮੁੱਚ ਘੋੜੇ ਦਾ ਲੰਗੜਾਪਨ ਠੀਕ ਹੋ ਗਿਆ। ਸੇਠ ਜੀ ਨੇ ਗੁਰੂ ਕੋਲੋਂ ਜਾ ਕੇ ਪੁੱਛਿਆ ਕਿ ਘੋੜਾ ਕਿਵੇਂ ਠੀਕ ਹੋਇਆ ਹੈ। ਕੋਈ ਦਵਾਈ ਵੀ ਉਹਨੂੰ ਨਹੀਂ ਦਿੱਤੀ, ਨਾ ਹੀ ਉਹਦੀ ਲੱਤ ਦੀ ਕੋਈ ਮਾਲਿਸ਼ ਕੀਤੀ ਹੈ। ਗੁਰੂ ਜੀ ਨੇ ਕਿਹਾ ਕਿ ਤੂੰ ਮੈਨੂੰ ਦੱਸਿਆ ਸੀ ਕਿ ਘੋੜਾ ਨੌਕਰ ਨੂੰ ਬਹੁਤ ਪਿਆਰ ਕਰਦਾ ਹੈ ਤੇ ਨੌਕਰ ਵੀ ਉਹਦੀ ਬਹੁਤ ਸੇਵਾ ਕਰਦਾ ਹੈ। ਜਦੋਂ ਦੋ ਦੋਸਤਾਂ, ਜਾਣਕਾਰਾਂ, ਟੀਚਰ ਤੇ ਵਿਦਿਆਰਥੀ ਆਦਿ ਦਾ ਪਿਆਰ ਪੈ ਜਾਂਦਾ ਹੈ ਤਾਂ ਦੋਨੋਂ ਇੱਕ ਦੂਜੇ ਵਰਗਾ ਹੋਣਾ ਚਾਹੁੰਦੇ ਆ। ਇਸ ਲਈ ਉਹ ਇੱਕ ਦੂਜੇ ਦੀਆਂ ਆਦਤਾਂ ਵੀ ਨਕਲ ਕਰਨ ਲੱਗ ਪੈਂਦੇ ਆ। ਕਿਉਂਕਿ ਨੌਕਰ ਥੋੜਾ ਲੰਗੜਾ ਕੇ ਤੁਰਦਾ ਸੀ, ਇਸ ਲਈ ਘੋੜਾ ਵੀ ਉਹਦੀ ਨਕਲ ਕਰਨ ਲੱਗ ਪਿਆ। ਸੇਠ ਸਾਰੀ ਗੱਲ ਸਮਝ ਗਿਆ। ਗੁਰੂ ਜੀ ਨੇ ਕਿਹਾ, ਸ਼ਰਤ ਇਹ ਹੈ ਕਿ ਦੋਨਾਂ ਵਿੱਚ ਪਿਆਰ ਦਾ ਰਿਸ਼ਤਾ ਹੋਵੇ। ਧੰਨਵਾਦ। ਅਗਲੀ ਕਹਾਣੀ ਹੈ ਦੁਸ਼ਮਣੀ ਤੇ ਦੋਸਤੀ। ਇਹ ਗੱਲ ਕਾਲੀਕਟ ਦੀ ਹੈ। ਇੱਕ ਅੰਗਰੇਜ਼ ਡਾਕਟਰ ਕਾਲੀਕਟ 'ਚ ਇੱਕ ਵੱਡਾ ਹਸਪਤਾਲ ਬਣਾਉਣ ਦੇ ਸਿਲਸਿਲੇ 'ਚ ਭਾਰਤ ਆਇਆ ਹੋਇਆ ਸੀ। ਇੱਕ ਦਿਨ ਉਹ ਸਵੇਰ ਵੇਲੇ ਹਸਪਤਾਲ ਡਿਊਟੀ ਉੱਪਰ ਜਾ ਰਿਹਾ ਸੀ। ਹਸਪਤਾਲ ਨੇੜੇ ਸੀ, ਇਸ ਲਈ ਉਹ ਪੈਦਲ ਹੀ ਸੜਕ ਤੇ ਸੱਜੀ ਪਟੜੀ ਉੱਤੇ ਤੁਰਿਆ ਜਾ ਰਿਹਾ ਸੀ। ਸੜਕ ਦੇ ਦੋਨੋਂ ਪਾਸੇ ਅੰਬਾਂ ਦੇ ਬੂਟਿਆਂ ਦੀ ਡਾਰ ਸੀ। ਉਹ ਇੱਕ ਅੰਬ ਦੇ ਰੁੱਖ ਤੋਂ ਲੰਘਣ ਲੱਗਾ ਤੇ ਰੁੱਖ ਉੱਤੇ ਬੈਠਾ ਬਾਂਦਰ ਮਲਕ ਜੇ ਉਹਦੀ ਹੈਟ ਲਾ ਕੇ ਲੈ ਗਿਆ ਤੇ ਡਾਕਟਰ ਨੂੰ ਚਿੜਾਉਣ ਲੱਗਾ। ਦੇਖਦੇ ਹੀ ਦੇਖਦੇ ਬਾਂਦਰ ਨੇ ਹੈਟ ਨੂੰ ਟੁਕੜੇ ਟੁਕੜੇ ਕਰਕੇ ਸੜਕ ਦੇ ਵਿਚਾਲੇ ਸੁੱਟ ਦਿੱਤਾ। ਡਾਕਟਰ ਨੂੰ ਦੱਸਿਆ ਗਿਆ ਸੀ ਕਿ ਕਾਲੀਕਟ ਦੇ ਬਾਂਦਰ ਬਹੁਤ ਸ਼ਰਾਰਤੀ ਹਨ, ਪਰ ਇਹ ਬਾਂਦਰ ਕੁਝ ਜ਼ਿਆਦਾ ਹੀ ਸ਼ਰਾਰਤੀ ਸੀ। 5-6 ਦਿਨ ਬੀਤ ਗਏ। ਡਾਕਟਰ ਹੁਣ ਸਾਵਧਾਨ ਹੋ ਕੇ ਰੁੱਖਾਂ ਥੱਲੋਂ ਲੰਘਦਾ। ਇੱਕ ਦਿਨ ਉਹਨੇ ਦੇਖਿਆ ਕਿ ਉਸੇ ਅੰਬ ਥੱਲੇ ਉਹੀ ਬਾਂਦਰ ਸੜਕ ਤੇ ਲੰਮਾ ਪਿਆ ਦਰਦ ਨਾਲ ਕਰਾ ਰਿਹਾ। ਉਹਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਇੱਕ ਰਾਹਗੀਰ ਨੇ ਦੱਸਿਆ ਕਿ 5-6 ਮੁੰਡਿਆਂ ਨੇ ਬਾਂਦਰ ਨੂੰ ਸੋਟੀਆਂ ਨਾਲ ਕੁੱਟਿਆ। ਇੱਕ ਟਾਂਗੇ 'ਚ ਪਾ ਕੇ ਡਾਕਟਰ ਬਾਂਦਰ ਨੂੰ ਘਰ ਲੈ ਗਿਆ। ਉਹਦੇ ਦਵਾਈਆਂ ਲਗਾਈਆਂ, ਪੱਟੀਆਂ ਬੰਨੀਆਂ। ਡਾਕਟਰ 3 ਦਿਨ ਬਾਂਦਰ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਿਹਾ। ਹਸਪਤਾਲ ਜਾਣ ਲੱਗਾ ਡਾਕਟਰ ਬਾਂਦਰ ਨੂੰ ਆਪਣੇ ਨਾਲ ਹਸਪਤਾਲ ਲੈ ਜਾਂਦਾ ਤੇ ਉਹਨੂੰ ਦਵਾਈਆਂ ਤੋਂ ਇਲਾਵਾ ਕੁਝ ਦੁੱਧ, ਚਾਹ, ਕੇਲੇ ਖਾਣ ਨੂੰ ਦਿੰਦਾ। ਬਾਂਦਰ ਜਲਦੀ ਠੀਕ ਹੋ ਗਿਆ ਤੇ ਡਾਕਟਰ ਨੂੰ ਸਲਾਮ ਕਰਕੇ ਚਲਾ ਗਿਆ। ਇਸ ਘਟਨਾ ਤੋਂ ਤਕਰੀਬਨ 1 ਮਹੀਨਾ ਬਾਅਦ ਇੱਕ ਦਿਨ ਬਾਂਦਰ ਨੇ ਦੇਖਿਆ ਕਿ ਡਾਕਟਰ ਪਰੇਸ਼ਾਨ ਹੈ। ਉਹਨੂੰ ਸਵੇਰ ਤੋਂ ਪਾਣੀ ਨਹੀਂ ਮਿਲਿਆ। ਉਹਨੂੰ ਪਿਆਸ ਬਹੁਤ ਲੱਗੀ ਹੋਈ ਹੈ। ਬਾਂਦਰ ਨੇ ਆ ਵੇਖਿਆ ਨਾ ਤਾਂ ਉਹ ਦੌੜਦਾ ਇੱਕ ਨਾਰੀਅਲ ਦੇ ਪੇੜਾਂ ਦੇ ਬਾਗ 'ਚ ਗਿਆ ਤੇ 2 ਪੱਕੇ ਨਾਰੀਅਲ ਤੋੜ ਕੇ ਲਿਆਇਆ। ਜਦੋਂ ਡਾਕਟਰ ਨੇ ਨਾਰੀਅਲ ਦਾ ਪਾਣੀ ਰੱਜ ਕੇ ਪੀਤਾ ਤਾਂ ਉਹਨੂੰ ਕੁਝ ਹੋਸ਼ ਆਈ। ਦੁਸ਼ਮਣ ਬਾਂਦਰ ਦੋਸਤ ਵਿੱਚ ਬਦਲ ਗਿਆ। ਇਹ ਠੀਕ ਹੈ ਕਿ ਬਾਂਦਰ ਨਕਲਚੂ ਹੁੰਦੇ ਹਨ, ਪਰ ਉਹ ਮਾੜੀਆਂ ਚੀਜ਼ਾਂ ਦੀ ਹੀ ਨਹੀਂ, ਚੰਗੀਆਂ ਦੀ ਵੀ ਨਕਲ ਕਰਦੇ ਹਨ। ਧੰਨਵਾਦ। ਅਗਲੀ ਕਹਾਣੀ ਹੈ ਗਰੀਬ ਆਮ ਤੌਰ ਤੇ ਸੱਚਾ ਤੇ ਇਮਾਨਦਾਰ ਹੁੰਦਾ ਹੈ। ਸਿੱਖਿਆ ਵਿਭਾਗ ਦੀ ਇੱਕ ਟੀਮ ਤਾਮਿਲਨਾਡੂ ਦੇ ਦੌਰੇ ਤੇ ਸੀ। ਮੈਂ ਵੀ ਇਸ ਟੀਮ ਦਾ ਮੈਂਬਰ ਸੀ। ਅਸੀਂ ਚੇਨਈ ਪਹੁੰਚਣ ਵਾਲੇ ਸੀ। ਅਸੀਂ ਵੇਖਿਆ ਸੜਕ ਤੋਂ ਜ਼ਰਾ ਪਾਸੇ ਹਟ ਕੇ ਇੱਕ ਝੌਂਪੜੀ ਹੁਣੀ ਜਲ ਕੇ ਸੁਆਹ ਹੋਈ ਸੀ। ਉਹਦੇ ਨੇੜੇ ਇੱਕ ਪਤੀ ਤੇ ਇੱਕ ਪਤਨੀ ਬੈਠੇ ਅੱਥਰੂ ਕੇਰ ਰਹੇ ਸਨ। ਸਾਡੀ ਟੀਮ ਦੇ ਸਕੱਤਰ ਆਪ ਹੀ ਡਰਾਈਵ ਕਰ ਰਹੇ ਸਨ। ਇੱਕ ਪਾਸੇ ਜੇ ਨੂੰ ਕਰਕੇ ਉਹਨਾਂ ਨੇ ਕਾਰ ਰੋਕ ਲਈ ਤੇ ਮਰਦ ਔਰਤ ਨੂੰ ਪੁੱਛਿਆ ਕਿ ਰੋਂਦੇ ਕਿਉਂ? ਸਭ ਕੁਝ ਜਲ ਕੇ ਰਾਖ ਹੋ ਗਿਆ ਹੈ। ਹੁਣ ਅਸੀਂ ਰਹਾਂਗੇ ਕਿੱਥੇ? ਬਰਸਾਤ ਆਉਣ ਵਾਲੀ ਹੈ। ਕੱਪੜੇ ਲੀੜੇ ਵੀ ਸੜ ਗਏ ਹਨ।
ਇੱਕ ਕੱਪੜੇ ਦੀ ਟਰੰਕੀ ਸੀ, ਉਹ ਵੀ ਜਲ ਗਈ ਹੈ। ਉਸ 'ਚ 2 ਰੁਪਏ ਦਾ ਨੋਟ ਸੀ, ਉਹ ਵੀ ਜਲ ਗਿਆ। ਹੁਣ ਅਸੀਂ ਕੀ ਕਰਾਂਗੇ? ਦਿਹਾੜੀਆਂ ਕਰਾਂਗੇ, ਆਨਾ ਦੁਆਨੇ ਬਚਾ ਬਚਾ ਕੇ ਕਿਸੇ ਤੋਂ ਉਧਾਰ ਲੈ ਕੇ ਝੌਂਪੜੀ ਖੜੀ ਕਰਾਂਗੇ, ਤਾਂ ਵੀ ਅਜੇ ਪਿਛਲਾ ਕਰਜ਼ਾ ਵੀ ਨਹੀਂ ਮੁੱਕਿਆ। ਔਰਤ ਨੇ ਰੋਂਦਿਆਂ ਕਿਹਾ। ਨਵੀਂ ਝੌਂਪੜੀ ਬਣਾਉਣ 'ਤੇ ਕਿੰਨਾ ਖਰਚ ਆਏਗਾ? ਸਕੱਤਰ ਸਾਹਿਬ ਨੇ ਪੁੱਛਿਆ। ਘਾਹ ਫੂਸ ਤਾਂ ਅਸੀਂ ਜੰਗਲ 'ਚੋਂ ਲੈ ਆਵਾਂਗੇ। 4 ਬਾਂਸ ਚਾਹੀਦੇ ਹਨ, ਉਹ 4 ਰੁਪਏ 20 ਪੈਸਿਆਂ ਦੇ ਬਾਜ਼ਾਰੋਂ ਆਉਣਗੇ। 8 ਕੁਆਨੇ ਦੀ ਰੱਸੀ ਲੈਣੀ ਪੈਣੀ ਹੈ। 4 ਦਿਹਾੜੀਆਂ ਜਾਇਆ ਜਾਣਗੀਆਂ, ਸਗੋਂ ਰੋਟੀ ਪਾਣੀ ਲਈ 2 ਰੁਪਏ ਹਰ ਰੋਜ਼ ਕਰਜ਼ਾ ਲੈਣਾ ਪਏਗਾ। ਕਮੇਟੀ ਵਿੱਚ ਨਵੀਂ ਝੌਂਪੜੀ ਬਣਾਉਣ ਦੀ ਇਤਲਾਹ ਦੇਣੀ ਪਏਗੀ। 6 ਆਨੇ ਫੀਸ ਦੇਣੀ ਪਏਗੀ। ਕੁੱਲ 18.5 ਰੁਪਏ ਲੱਗਣਗੇ। ਕੁਝ ਪੈਸੇ ਕੱਪੜੇ ਲੱਤੇ ਤੇ ਵੀ ਲੱਗਣਗੇ। ਇਹ ਕਹਿ ਕੇ ਉਹ ਬੈਠ ਗਏ ਤੇ ਮੁੜ ਰੋਣ ਲੱਗ ਪਏ। ਸਕੱਤਰ ਸਾਹਿਬ ਨੇ 50 ਰੁਪਏ ਦਾ ਨੋਟ ਮਰਦ ਨੂੰ ਦਿੱਤਾ। ਸਾਡੇ ਕੋਲ ਟੁੱਟੇ ਹੋਏ ਨਹੀਂ ਹਨ ਮਾਲਕ, ਬੁੱਢੇ ਮਰਦ ਨੇ ਕਿਹਾ। ਮੈਂ ਦੌੜ ਕੇ ਤੁੜਵਾ ਲਿਆਉਣੀ ਆ, ਔਰਤ ਨੇ ਅਥਰੂ ਘੇਰਦੀ ਨੇ ਕਿਹਾ। ਇਹ ਕਹਿ ਕੇ ਉਹ ਨੋਟ ਲੈ ਕੇ ਦੌੜ ਗਈ ਬਾਜ਼ਾਰ ਵੱਲ ਨੂੰ। ਥੋੜੀ ਦੇਰ 'ਚ ਉਹ ਨੋਟ ਤੁੜਵਾ ਕੇ ਆ ਗਈ। ਸਕੱਤਰ ਸਾਹਿਬ ਜੀ ਨੇ ਬਾਕੀ ਦੇ ਪੈਸੇ ਲੈ ਕੇ ਜੇਬ 'ਚ ਪਾਏ ਤੇ ਗੱਡੀ ਸਟਾਰਟ ਕਰ ਦਿੱਤੀ। ਮੈਂ ਵੀ 10 ਰੁਪਏ ਦਾ ਇੱਕ ਨੋਟ ਬੁੱਢੀ ਨੂੰ ਦਿੱਤਾ ਤੇ ਅਸੀਂ ਕਾਰ 'ਚ ਬਹਿ ਗਏ। ਮੈਂ ਸੋਚ ਰਿਹਾ ਸੀ, ਜੇ ਇਹ ਘਟਨਾ ਪੰਜਾਬ 'ਚ ਘਟੀ ਹੁੰਦੀ, ਝੌਂਪੜੀ ਵਾਲਾ 18.5 ਦਾ ਹਿਸਾਬ ਲਗਾਉਂਦਾ, ਸਿੱਧਾ ਹੀ 100 ਰੁਪਏ ਮੰਗਦਾ। ਮੈਂ ਰੱਬ ਨੂੰ ਚੁੱਪ ਕੇ ਬੇਨਤੀ ਕੀਤੀ, ਮਾਲਕਾ, ਜੇ ਮੇਰੇ ਕੋਲ ਪੈਸੇ ਹੁੰਦੇ ਮੈਂ 18 ਰੁਪਏ 50 ਪੈਸੇ ਦੀ ਬਜਾਏ 50 ਰੁਪਏ ਦੇ ਕੇ ਆਉਂਦਾ। ਪਤਾ ਨਹੀਂ ਕਿਵੇਂ ਹੋਇਆ, ਸਕੱਤਰ ਨੇ ਗੱਡੀ ਵਾਪਸ ਕਰ ਲਈ। ਬੁੱਢੀ ਨੂੰ 33 ਰੁਪਏ ਤੇ 50 ਪੈਸੇ ਦਿੱਤੇ ਤੇ ਵਾਹਿਗੁਰੂ ਨੂੰ ਅਰਦਾਸ ਕੀਤੀ, ਵਾਹਿਗੁਰੂ ਸੇਵਾ ਕਰਨੀ ਸਿਖਾ। ਮੈਂ ਸ਼ਰਮਿੰਦਾ ਹਾਂ, ਮੈਂ ਤੁਹਾਡਾ ਲੋਕ ਸੇਵਾ ਵਾਲਾ ਉਪਦੇਸ਼ ਭੁੱਲ ਗਿਆ ਸੀ। ਗਰੀਬ ਦੀ ਮਦਦ ਕਰਨ ਦੀ ਭਾਵਨਾ ਸ਼ਾਇਦ ਹਰ ਦਿਲ 'ਚ ਪੈਦਾ ਹੋ ਚੁੱਕੀ ਸੀ। ਹੋਰਾਂ ਨੇ ਵੀ ਗੱਡੀ 'ਚ ਲੱਗੀ ਗੁਰੂ ਗੋਬਿੰਦ ਸਿੰਘ ਜੀ ਤੇ ਤਸਵੀਰ ਨੂੰ ਮੱਥਾ ਟੇਕਿਆ ਤੇ ਜੇਬ 'ਚੋਂ 10 ਰੁਪਏ ਕੱਢ ਬੁੱਢੇ ਨੂੰ ਦਿੱਤੇ। ਅਸੀਂ ਰੱਬ ਦਾ ਸ਼ੁਕਰ ਕਰਦੇ ਕਰਦੇ ਵਾਪਸ ਆਏ ਕਿ ਅਸੀਂ ਆਪਣਾ ਕੁੱਲ ਫਰਜ਼ ਅਦਾ ਕੀਤਾ ਹੈ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਭੁਲੱਕੜ ਲੇਖਕ। ਇੱਕ ਲੇਖਕ ਇੱਕ ਹੋਟਲ 'ਚ ਰਹਿੰਦਾ ਸੀ। ਉਹਦੇ ਕਮਰੇ 'ਚ ਗੈਰ ਮੁਕੰਮਲ ਢੇਰ ਸਾਰੀਆਂ ਪੁਸਤਕਾਂ ਦੇ ਖਰੜੇ ਇੱਧਰ ਉੱਧਰ ਬੇਤਰਤੀਬੇ ਹੀ ਪਏ ਸਨ। ਲੇਖਕ ਅਜੀਬ ਕਿਸਮ ਦਾ ਭੁਲੱਕੜ ਸੀ। 5-6 ਦਿਨ ਉਹਦੀ ਯਾਦਦਾਸ਼ਤ ਤਾਜ਼ੀ ਹੋ ਜਾਂਦੀ ਤੇ 20-25 ਖਰੜਿਆਂ 'ਚੋਂ ਇੱਕ ਖਰੜਾ ਪੁਸਤਕ ਦੀ ਸ਼ਕਲ 'ਚ ਤਿਆਰ ਕਰ ਲੈਂਦਾ ਸੀ। ਕੁਝ ਕੁ ਖਰੜੇ ਉਹ ਛਪਣ ਵਾਸਤੇ ਪ੍ਰਕਾਸ਼ਕਾਂ ਨੂੰ ਵੀ ਦੇ ਬੈਠਾ ਸੀ, ਜੋ ਛਪ ਗਏ ਸਨ ਤੇ ਜਿਨ੍ਹਾਂ ਦੀ ਰਾਇਲਟੀ ਵੀ ਉਹਨੂੰ ਮਿਲ ਚੁੱਕੀ ਸੀ। ਪਰ ਉਹਦੀ ਯਾਦਦਾਸ਼ਤ ਅਚਨਚੇਤ ਕਿਸੇ ਦਿਨ ਮੁੜ ਗਵਾਚ ਜਾਂਦੀ ਤੇ ਉਹ ਮੁੜ ਭੁਲੱਕੜ ਹੋ ਜਾਂਦਾ। ਉਹਦਾ ਇੱਕ ਮਿੱਤਰ ਸੀ ਜੋ ਉਹਦੀ ਰਾਇਲਟੀ ਦੇ ਪੈਸੇ ਦਾ ਹਿਸਾਬ ਕਿਤਾਬ ਰੱਖਦਾ। ਉਸ ਮਿੱਤਰ ਦੀ ਕਿਰਪਾ ਨਾਲ ਲੇਖਕ ਦੀ ਰੋਟੀ ਚੱਲ ਰਹੀ ਸੀ। ਇੱਕ ਦਿਨ ਉਹਨੇ ਕਵਿਤਾਵਾਂ ਦੀ ਇੱਕ ਪੁਸਤਕ ਦਾ ਖਰੜਾ ਪੂਰਾ ਕੀਤਾ ਤੇ ਦੋਸਤ ਦੇ ਘਰ ਜਾ ਕੇ ਉਹਦੇ ਲੈਟਰ ਬਾਕਸ 'ਚ ਪਾ ਆਇਆ। ਉਹਨੂੰ ਡਰ ਰਹਿੰਦਾ ਕਿ ਚਾਨਚੱਕ ਜੇ ਉਹਦੀ ਯਾਦਦਾਸ਼ਤ ਖਤਮ ਹੋ ਜਾਏਗੀ ਤੇ ਉਹਨੂੰ ਭੁੱਲ ਜਾਏ ਕਿ ਉਹ ਕੌਣ ਹੈ ਤੇ ਕਿੱਥੇ ਰਹਿੰਦਾ ਹੈ ਤਾਂ ਕੀ ਹੋਏਗਾ। ਇਸ ਲਈ ਉਹਦੇ ਪਿਆਰੇ ਦੋਸਤ ਨੇ ਉਹਦੀ ਹਰ ਪੈਂਟ ਦੀ ਕਿਸੇ ਨਾ ਕਿਸੇ ਜੇਬ 'ਚ ਉਹਦਾ ਹੋਟਲ ਦਾ ਸਿਰਨਾਮਾ ਲਿਖ ਕੇ ਪਾਇਆ ਹੋਇਆ ਸੀ। ਪਾਇਆ ਹੀ ਨਹੀਂ ਸੀ ਹੋਇਆ, ਸੀਤਾ ਹੋਇਆ ਸੀ। ਕਦੇ ਕਦੇ ਮਹੀਨਾ ਉਹਦੀ ਚੇਤਾ ਸ਼ਕਤੀ ਬਰਕਰਾਰ ਰਹਿੰਦੀ ਤੇ ਭੁਲੱਕੜ ਲੇਖਕ ਕਾਫੀ ਕੰਮ ਨਿਬੇੜ ਲੈਂਦਾ ਤੇ ਘੱਟ ਤੋਂ ਘੱਟ ਇੱਕ ਪੁਸਤਕ ਜ਼ਰੂਰ ਤਿਆਰ ਕਰ ਲੈਂਦਾ। ਪਰ ਅਜਿਹਾ ਕਦੇ ਕਦਾਈ ਹੁੰਦਾ ਸੀ। ਇੱਕ ਦਿਨ ਉਹ ਨਹਾਉਣ ਲੱਗਾ, ਪਰ ਉਹਨੇ ਵੇਖਿਆ ਘਰ 'ਚ ਸਾਬਣ ਹੀ ਨਹੀਂ ਹੈ। ਉਹਨੇ ਕੱਪੜੇ ਪਾਏ, ਸਾਬਣ ਲੈਣ ਬਾਜ਼ਾਰ ਨੂੰ ਟੁਰ ਪਿਆ। ਬਸ ਸਾਬਣ ਲੈਣ ਦੇ ਨਾਲ ਹੀ ਉਹਦੀ ਯਾਦਦਾਸ਼ਤ ਜਾਂਦੀ ਰਹੀ। ਹੋਟਲ ਵੱਲ ਜਾਣ ਦੀ ਬਜਾਏ ਉਹ ਇੱਕ ਪਾਰਕ ਵੱਲ ਤੁਰ ਪਿਆ ਤੇ ਪਾਰਕ 'ਚ ਇੱਕ ਬੈਂਚ ਤੇ ਬੈਠ ਗਿਆ। ਉਹ ਸੋਚਣ ਲੱਗਾ, ਲੋਕ ਕੀ ਗੱਲਾਂ ਕਰਦੇ ਹੋਣਗੇ। ਇੱਕ 5-6 ਜੀਆਂ ਦੇ ਪਰਿਵਾਰ ਵੱਲ ਵੇਖ ਕੇ ਉਹਨੇ ਕਿਹਾ, ਪਰਿਵਾਰ ਦਾ ਮੁਖੀਆ ਜ਼ਰੂਰ ਸੋਚਦਾ ਹੋਏਗਾ ਕਿ ਜਦੋਂ ਬੱਚੇ ਵੱਡੇ ਹੋ ਜਾਣਗੇ ਉਹ ਹਰ ਕਿਸਮ ਦੀ ਮੇਰੀ ਸਹਾਇਤਾ ਕਰਨਗੇ, ਮੈਨੂੰ ਆਰਾਮ ਹੋ ਜਾਏਗਾ। ਐਨੇ ਨੂੰ ਇੱਕ ਬਜ਼ੁਰਗ ਜੀ ਨੇ ਕੋਟ ਪੈਂਟ ਪਾਈ ਹੋਈ ਸੀ, ਉਹਦੇ ਕੋਲ ਬੈਂਚ ਤੇ ਆ ਕੇ ਬੈਠ ਗਿਆ। ਕਾਫੀ ਦੇਰ ਬਿਨਾਂ ਕੋਈ ਗੱਲ ਕੀਤਿਆਂ ਬੈਠ ਕੇ ਬੁੱਢਾ ਉੱਠ ਕੇ ਤੁਰ ਪਿਆ ਤੇ ਕਹਿਣ ਲੱਗਾ ਕਿ ਮੈਂ ਬਾਜ਼ਾਰੋਂ ਸਾਬਣ ਲਿਆਉਣਾ ਹੈ। ਬੁੱਢੇ ਦੇ ਚਲੇ ਜਾਣ ਤੋਂ ਬਾਅਦ ਇੱਕ ਨੌਜਵਾਨ ਉਹਦੇ ਕੋਲ ਬੈਂਚ ਤੇ ਆ ਬੈਠਾ। ਇੱਧਰ ਉੱਧਰਲੀਆਂ ਉਹਨੇ ਬੜੀਆਂ ਹੀ ਗੱਲਾਂ ਕੀਤੀਆਂ ਤੇ ਅਚਾਨਕ ਉੱਠ ਕੇ ਤੁਰ ਪਿਆ। ਭੁਲੱਕੜ ਲੇਖਕ ਵੀ ਬੈਂਚ ਤੋਂ ਉੱਠ ਕੇ ਖੜਾ ਹੋਇਆ, ਪਰ ਕੁਝ ਸੋਚ ਕੇ ਮੁੜ ਬੈਠ ਗਿਆ। ਨੌਜਵਾਨ ਨੇ ਕਿਹਾ, ਮੈਂ ਸਾਬਣ ਲੈਣ ਬਾਜ਼ਾਰ ਜਾਣਾ ਹੈ, ਮੇਰੀ ਬੀਵੀ ਮੈਨੂੰ ਉਡੀਕ ਰਹੀ ਹੋਏਗੀ। ਮੈਂ ਭੁੱਲ ਹੀ ਗਿਆ ਸੀ ਕਿ ਮੈਂ ਬਾਜ਼ਾਰ ਕਿਉਂ ਆਇਆ ਸੀ। ਆ ਕੇ ਪਾਰਕ 'ਚ ਬੈਠ ਗਿਆ। ਨੌਜਵਾਨ ਵੀ ਚਲਾ ਗਿਆ। ਜਦੋਂ ਭੁਲੱਕੜ ਤੁਰਨ ਲੱਗਾ, ਉਹਦੀ ਨਿਗਾਹ ਜ਼ਮੀਨ ਤੇ ਪਈ। ਸਾਬਣ ਦੀ ਇੱਕ ਚਾਕੀ ਹੇਠਾਂ ਪਈ ਸੀ। ਉਹ ਦੌੜ ਕੇ ਨੌਜਵਾਨ ਦੇ ਮਗਰ ਗਿਆ।
ਉਹਨੂੰ ਬਾਂਹ ਤੋਂ ਪਕੜ ਕੇ ਕਹਿੰਦਾ, ਆ ਲੈ ਆਪਣੀ ਸਾਬਣ ਦੀ ਚਾਕੀ। ਨੌਜਵਾਨ ਨੇ ਉੱਤਰ ਦਿੱਤਾ, ਮੈਂ ਤਾਂ ਅਜੇ ਸਾਬਣ ਖਰੀਦਿਆ ਨਹੀਂ। ਫਿਰ ਲੇਖਕ ਉਸ ਬੁੱਢੇ ਨੂੰ ਲੱਭਣ ਲੱਗਾ। ਚੰਗੇ ਭਾਗਾਂ ਨਾਲ ਬੁੱਢਾ ਜਲਦੀ ਲੱਭ ਪਿਆ। ਭੁਲੱਕੜ ਲੇਖਕ ਬੋਲਿਆ, ਬਜ਼ੁਰਗੋ, ਆ ਲਓ ਆਪਣਾ ਸਾਬਣ ਜੋ ਤੁਸੀਂ ਮੇਰੀ ਬੈਂਚ ਹੇਠਾਂ ਹੀ ਛੱਡ ਆਏ ਸੀ। ਬਜ਼ੁਰਗ ਨੇ ਕਿਹਾ, ਮੇਰਾ ਸਾਬਣ ਤਾਂ ਹਰੇ ਰੰਗ ਦਾ। ਉਹਨੇ ਹੱਥ ਪਕੜੇ, ਥੈਲੇ 'ਚ ਹਰੀ ਚਾਕੀ ਕੱਢ ਕੇ ਵਿਖਾਈ। ਅਚਾਨਕ ਸਾਡੇ ਲੇਖਕ ਦੀ ਯਾਦਦਾਸ਼ਤ ਵਾਪਸ ਆ ਗਈ ਕਿ ਉਹ ਵੀ ਹੋਟਲ 'ਚੋਂ ਬਾਜ਼ਾਰ ਸਾਬਣ ਲੈਣ ਆਇਆ ਸੀ। ਇਹ ਮੇਰੇ ਵਾਲਾ ਹੀ ਸਾਬਣ ਹੈ। ਲੇਖਕ ਹੋਟਲ ਵੱਲ ਨੂੰ ਹੋ ਲਿਆ। ਧੰਨਵਾਦ। ਅਗਲੀ ਕਹਾਣੀ ਹੈ ਤਿਤਲੀ ਤੇ ਗੁਲਾਬ ਦਾ ਫੁੱਲ। ਇੱਕ ਦਿਨ ਇੱਕ ਮਧੂਮੱਖੀ ਇੱਕ ਬਾਗ 'ਚ ਸ਼ਹਿਦ ਇਕੱਠਾ ਕਰਨ ਗਈ। ਉਹਨੇ ਦੇਖਿਆ ਇੱਕ ਰੰਗ ਬਿਰੰਗੀ ਤਿਤਲੀ ਗੁਲਾਬ ਦੇ ਇੱਕ ਵੱਡੇ ਸਾਰੇ ਫੁੱਲ ਉੱਤੇ ਬੈਠੀ ਗੁਲਾਬ ਨਾਲ ਗੱਲਾਂ ਕਰ ਰਹੀ ਹੈ। ਮਧੂਮੱਖੀ ਵੀ ਜਾ ਕੇ ਤਿਤਲੀ ਕੋਲ ਬਹਿ ਗਈ ਤੇ ਫੜਾ ਮਾਰਨ ਲੱਗੀ ਕਿ ਅਸੀਂ ਮਧੂਮੱਖੀਆਂ ਸਾਰਾ ਦਿਨ ਕੰਮ ਕਰਦੀਆਂ, ਫੁੱਲਾਂ ਕੋਲੋਂ ਥੋੜਾ ਸ਼ਹਿਦ ਇਕੱਠਾ ਕਰ ਕਰਕੇ ਸ਼ਹਿਦ ਦੇ ਛੱਤੇ 'ਚ ਜਮ੍ਹਾਂ ਕਰਾਉਂਦੀਆਂ, ਹਰ ਤਰ੍ਹਾਂ ਨਾਲ ਰਾਣੀ ਮੱਖੀ ਦੀ ਸੇਵਾ ਕਰਦੀਆਂ। ਸ਼ਹਿਦ ਨੂੰ ਲੋਕ ਬੜੇ ਸਵਾਦ ਨਾਲ ਖਾਂਦੇ ਹੈ ਤੇ ਜਦੋਂ ਰਾਣੀ ਮੱਖੀ ਦਾ ਹੁਕਮ ਨਵਾਂ ਛੱਤਾ ਬਣਾਉਣ ਦਾ ਹੋ ਜਾਂਦਾ ਹੈ ਤਾਂ ਲੋਕ ਪੁਰਾਣੇ ਛੱਤੇ ਦਾ ਮੋਮ ਬਣਾ ਲੈਂਦੇ ਹੈ। ਮੋਮ ਤੇ ਮੋਮਬੱਤੀਆਂ ਬਣਦੀਆਂ ਹਨ ਜੋ ਪ੍ਰਕਾਸ਼ ਦਿੰਦੀਆਂ ਹਨ। ਸਾਨੂੰ ਰੱਬ ਨੇ ਜ਼ਹਿਰ ਦਾ ਭਰਿਆ ਡੰਗ ਦਿੱਤਾ ਹੈ ਜਿਸ ਦੀ ਮਦਦ ਨਾਲ ਅਸੀਂ ਆਪਣੀ ਸੁਰੱਖਿਆ ਕਰਦੀਆਂ। ਇਸ ਤਰ੍ਹਾਂ ਸਾਡੇ 3 ਕੰਮ ਹਨ, ਸ਼ਹਿਦ ਇਕੱਠਾ ਕਰਨਾ, ਛੱਤਾ ਬਣਾਉਣਾ ਤੇ ਡੰਗ ਮਾਰ ਕੇ ਆਪਣੀ ਸੁਰੱਖਿਆ ਕਰਨਾ। ਤੁਸੀਂ ਤਾਂ ਨਖੱਟੂ ਹੋ, ਕੁਝ ਵੀ ਨਹੀਂ ਕਰਦੇ, ਵੇਲੜਾਂ ਵਾਂਗ ਮੁਫਤ ਖਾਂਦੇ ਹੋ। ਗੁਲਾਬ ਰਤਾ ਗੁੱਸੇ ਨਾਲ ਬੋਲਿਆ, ਮਧੂਮੱਖੀ ਜੀ, ਤੁਸੀਂ ਨਹੀਂ ਜਾਣਦੇ ਕਿ ਫੁੱਲ ਕੀ ਕਰਦੇ ਹੈ। ਉਹ ਰੰਗ ਬਿਰੰਗੇ ਹੁੰਦੇ ਹੈ, ਬਾਗ ਨੂੰ ਖੂਬਸੂਰਤ ਬਣਾਉਂਦੇ ਹਨ, ਆਪਣੀ ਖੁਸ਼ਬੂ ਨਾਲ ਸਾਰੇ ਚਮਨ ਨੂੰ ਮੁਅੱਤਰ ਕਰਦੇ ਹਨ, ਵਰਨਾ ਦੁਨੀਆ ਸਾਰੀ ਦੀ ਸਾਰੀ ਬਦਬੂਦਾਰ ਹੁੰਦੀ ਤੇ ਭੱਦੀ ਵੀ ਹੁੰਦੀ। ਸਾਡੇ 2 ਕੰਮ ਹਨ, ਬਾਗਾਂ ਨੂੰ ਖੂਬਸੂਰਤ ਬਣਾਉਣਾ ਤੇ ਸੰਸਾਰ 'ਚ ਖੁਸ਼ਬੂਆਂ ਵੰਡਣੀਆਂ। ਮਧੂਮੱਖੀ ਨੇ ਸ਼ਰਮਿੰਦੀ ਹੋ ਕੇ ਖਿਮਾ ਮੰਗੀ। ਇਸ ਤਰ੍ਹਾਂ ਉਹਨੇ ਟੁੱਟਣ ਜਾ ਰਹੀ ਦੋਸਤੀ ਨੂੰ ਬਚਾ ਲਿਆ। ਮਧੂਮੱਖੀ ਜਦੋਂ ਉੱਡ ਕੇ ਜਾਣ ਲੱਗੀ ਤਾਂ ਉਹਨੇ ਤਿਤਲੀ ਤੇ ਹਾਰ ਸ਼ਿੰਗਾਰ ਕਰਨ ਤੋਂ ਸਿਵਾ ਕੁਝ ਵੀ ਨਾ ਕਰਨ ਦਾ ਦੋਸ਼ ਲਗਾਇਆ। ਤਿਤਲੀ ਨੇ ਕਿਹਾ, ਜਿੰਨੀ ਦੇਰ ਅਸੀਂ ਗੁਲਾਬ ਕੋਲ ਬੈਠੇ ਰਹੇ ਹਾਂ ਤੂੰ ਹੀ ਭਿੰਨ ਭਿੰਨ ਕਰਦੀ ਰਹੀ ਹੈ, ਆਪ ਹੀ ਬੋਲਦੀ ਰਹੀ ਹੈ, ਮੈਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਸਾਡੇ 2 ਕੰਮ ਵੱਡੇ, ਇੱਕ ਛੋਟਾ, ਕੁੱਲ 3 ਕੰਮ ਹਨ। ਇੱਕ ਤਾਂ ਅਸੀਂ ਫੁੱਲਾਂ ਦੇ ਸੁਨੇਹੇ ਵੰਡਦੀਆਂ। ਫੁੱਲਾਂ ਵਿਚਾਰਿਆਂ ਕੋਲ ਨਾ ਖੰਭ ਹਨ ਨਾ ਲੱਤਾਂ ਪੈਰ ਹਨ। ਇਹ ਦਿਨ ਰਾਤ ਇੱਥੇ ਹੀ ਥਾਂ ਇੱਕ ਪੈਰ ਤੇ ਖੜੇ ਰਹਿੰਦੇ ਹਨ। ਇਸੇ ਹੀ ਥਾਂ ਇੱਕ ਪੈਰ ਤੇ ਖੜੇ ਰਹਿੰਦੇ ਹਨ। ਅਸੀਂ ਉਹਨਾਂ ਦੀ ਮਦਦ ਕਰਦੀਆਂ। ਸਾਡੇ ਨਾਲ ਦਾ ਜ਼ਰੂਰੀ ਕੰਮ ਫੁੱਲਾਂ ਦੀਆਂ ਆਪਸ 'ਚ ਗੱਲਾਂ ਕਰਾਉਣੀਆਂ ਹਰ ਕੋਈ ਨਹੀਂ ਕਰ ਸਕਦਾ, ਕੇਵਲ ਅਸੀਂ ਇਹਨਾਂ ਦੀ ਭਾਸ਼ਾ ਸਮਝਦੀਆਂ। ਤੇ ਦੂਜਾ, ਫੁੱਲਾਂ ਵਾਂਗ ਹੀ ਅਸੀਂ ਦੁਨੀਆ ਨੂੰ ਹੁਸੀਨ ਕਰਦੀਆਂ। ਦੁਨੀਆ 'ਚ ਸਾਡੇ ਨਾਲੋਂ ਹੋਰ ਕੋਈ ਸੋਹਣਾ ਨਹੀਂ ਹੈ। ਸਾਡੇ ਵਰਗੇ ਬਸ ਫੁੱਲ ਹੁੰਦੇ ਹਨ। ਉਹ ਖੁਸ਼ ਹੋ ਕੇ ਸਾਨੂੰ ਦੋਸਤ ਤੇ ਸਹੇਲੀਆਂ ਬਣਾਉਂਦੇ ਹਨ। ਸਾਡੀ ਚੰਗੀ ਨਿਭਦੀ ਹੈ। ਸਾਡਾ ਤੀਜਾ ਕੰਮ ਹੈ ਬੱਚਿਆਂ ਨੂੰ ਖੁਸ਼ ਕਰਨਾ। ਉਹ ਸਾਨੂੰ ਪਕੜਨ ਦੌੜਦੇ ਹਨ। ਅਸੀਂ ਥੋੜ੍ਹਾ ਜਿਹਾ ਉੱਪਰ ਨੂੰ ਉੱਡ ਕੇ ਫਿਰ ਕਿਸੇ ਫੁੱਲ 'ਤੇ ਬਹਿ ਜਾਂਦੀਆਂ। ਉਹ ਫਿਰ ਸਾਨੂੰ ਪਕੜਨ ਦੌੜਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਵੀ ਮਜ਼ਾ ਆਉਂਦਾ ਤੇ ਸਾਨੂੰ ਵੀ। ਮਧੂਮੱਖੀ ਨੇ ਵਿੱਚੋਂ ਹੀ ਟੋਕਿਆ, ਪਰ ਜਦੋਂ ਬੱਚੇ ਤੁਹਾਨੂੰ ਪਕੜ ਲੈਂਦੇ ਹਨ ਤੇ ਖੰਭ ਮਰੋੜ ਕੇ ਮਾਰ ਦਿੰਦੇ ਹਨ। ਤਿਤਲੀ ਨੇ ਮਾਣ ਨਾਲ ਕਿਹਾ, ਅਸੀਂ ਬੱਚਿਆਂ ਦੇ ਡੰਗ ਮਾਰਨ ਲਈ ਨਹੀਂ ਦੌੜਦੀਆਂ, ਸਗੋਂ ਚੁੱਪਚਾਪ ਖੁਸ਼ੀ ਖੁਸ਼ੀ ਮਰ ਜਾਂਦੀਆਂ। ਸਾਡੀ ਜ਼ਿੰਦਗੀ ਦਾ ਮਕਸਦ ਹੀ ਬੱਚਿਆਂ ਨੂੰ ਖੁਸ਼ ਕਰਨਾ ਹੈ। ਜਦੋਂ ਮਕਸਦ ਪੂਰਾ ਹੋ ਜਾਂਦਾ ਹੈ ਅਸੀਂ ਜਹਾਨ ਤੋਂ ਤੁਰ ਜਾਂਦੀਆਂ। ਮਧੂਮੱਖੀ ਤਾਂ ਉੱਡ ਗਈ, ਪਰ ਗੁਲਾਬ ਦੀਆਂ ਸੁੰਦਰ ਖੁਸ਼ਬੂਦਾਰ ਅੱਖਾਂ ਵਿੱਚ ਅਥਰੂ ਸਨ। ਧੰਨਵਾਦ। ਅਗਲੀ ਕਹਾਣੀ ਹੈ ਉੱਲੂ ਦੀ ਸਹੀ ਸਲਾਹ। ਇੱਕ ਬਹੁਤ ਵੱਡਾ ਜੰਗਲ ਸੀ। ਉਸ ਵਿੱਚ ਰਹਿਣ ਵਾਲੇ ਜਾਨਵਰ ਬਹੁਤ ਲੜਾਕੇ ਸਨ। ਉਹ ਅਕਸਰ ਹੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਸਨ। ਜਨੌਰਾਂ ਵਿੱਚ ਸਭ ਤੋਂ ਅਕਲਮੰਦ ਪੰਛੀ ਉੱਲੂ ਨੂੰ ਕਿਹਾ ਜਾਂਦਾ ਸੀ। ਅੰਗਰੇਜ਼ੀ ਭਾਸ਼ਾ ਦਾ ਇੱਕ ਅਖਾਣ ਹੈ, as wise as an owl। ਉਸ ਜੰਗਲ 'ਚ ਬੁੱਢਾ ਉੱਲੂ ਰਹਿੰਦਾ ਸੀ। ਉਹਨੇ ਇੱਕ ਬੁੱਢੇ ਹੋ ਚੁੱਕੇ ਬੋਹੜ ਤੇ ਆਲਣਾ ਪਾਇਆ ਹੋਇਆ ਸੀ। ਪੰਛੀ ਉੱਲੂ ਕੋਲੋਂ ਸਲਾਹ ਲੈਣ ਆਇਆ ਕਰਦੇ ਸਨ। ਉੱਲੂ ਬੜੀ ਸੋਚ ਵਿਚਾਰ ਤੋਂ ਬਾਅਦ ਨੇਕ ਸਲਾਹ ਦਿੰਦਾ ਹੁੰਦਾ ਸੀ। ਇੱਕ ਦਿਨ ਉੱਲੂ ਕੋਲ 2 ਬੈਲ ਚਿੱਟਾ ਤੇ ਬੱਗਾ ਨਾਂ ਦੇ ਆਏ। ਉਹਨਾਂ ਨੇ ਉੱਲੂ ਨੂੰ ਕਿਹਾ, ਅਸੀਂ ਸ਼ੇਰ ਤੋਂ ਬਹੁਤ ਦੁਖੀ ਹਾਂ। ਉਹ ਸਾਨੂੰ ਵੰਗਾਰਦਾ ਰਹਿੰਦਾ ਹੈ, ਕਦੇ ਆਰਾਮ ਨਾਲ ਜਿਉਣ ਹੀ ਨਹੀਂ ਦਿੰਦਾ। ਦਰਅਸਲ ਸਾਨੂੰ ਪਤਾ ਲੱਗਾ ਕਿ ਲੂੰਬੜੀ ਨੇ ਸਾਡੀ ਝੂਠੀ ਸ਼ਿਕਾਇਤ ਸ਼ੇਰ ਨੂੰ ਲਗਾਈ ਹੈ।
ਤੇ ਉਹ ਸਾਨੂੰ ਅੱਡ ਕਰਕੇ ਆਪਸ 'ਚ ਲੜਾਉਣਾ ਚਾਹੁੰਦੀ ਹੈ। ਇਸ ਲਈ ਅਸੀਂ ਅੱਡ-ਅੱਡ ਰਹਿੰਦੇ ਹਾਂ। ਸ਼ੇਰ ਸਾਡੇ ਉੱਤੇ ਉਦੋਂ ਹਮਲਾ ਕਰਦਾ ਜਦੋਂ ਅਸੀਂ ਅੱਡ-ਅੱਡ ਬੈਠੇ ਹੁੰਦੇ ਹਾਂ। ਉੱਲੂ ਨੇ ਸਲਾਹ ਦਿੱਤੀ, ਤੁਸੀਂ ਸ਼ੇਰ ਨੂੰ ਸ਼ਿਕਾਇਤ ਕਰੋ ਕਿ ਲੂੰਬੜੀ ਨੇ ਉਹਨੂੰ ਬੁਰਾ ਭਲਾ ਕਿਹਾ ਹੈ। ਉਹ ਤੁਹਾਨੂੰ ਜੰਗਲ ਦਾ ਰਾਜਾ ਹੀ ਨਹੀਂ ਮੰਨਦੀ, ਤੁਹਾਨੂੰ ਡਰਪੋਕ ਬੁਜ਼ਦਿਲ ਕਹਿੰਦੀ ਰਹਿੰਦੀ ਹੈ। ਦੂਜਾ ਕੰਮ ਤੁਸੀਂ ਇਹ ਕਰੋ ਕਿ ਲੂੰਬੜੀ ਵੱਲੋਂ ਲਗਾਈ ਦੁਸ਼ਮਣੀ ਦੀ ਅੱਗ ਜੋ ਤੁਹਾਡੇ ਵਿਚਾਲੇ ਜਲ ਰਹੀ ਹੈ ਉਹਨੂੰ ਬੁਝਾ ਦਿਓ। ਰਲ ਮਿਲ ਕੇ ਰਿਹਾ ਕਰੋ ਤੇ ਇਕੱਠੇ ਇੱਕ ਥਾਂ ਰਿਹਾ ਕਰੋ। ਜਦੋਂ ਬੈਠਣਾ ਹੋਵੇ ਪਿੱਠਾਂ ਜੋੜ ਕੇ ਬੈਠਿਆ ਕਰੋ। ਦੋਨਾਂ ਦੇ ਮੂੰਹ ਇੱਕ ਪਾਸੇ ਨਹੀਂ ਹੋਣੇ ਚਾਹੀਦੇ। ਬਲਦਾਂ ਨੇ ਉੱਲੂ ਦੀ ਸਲਾਹ ਮੰਨ ਲਈ। ਉਹ ਇਕੱਠੇ ਮਿਲ ਕੇ ਰਹਿਣ ਲੱਗ ਪਏ। ਜਿਹੜੇ ਪਾਸਿਓਂ ਸ਼ੇਰ ਹਮਲਾ ਕਰਦਾ ਦੋਵੇਂ ਉਸੇ ਪਾਸੇ ਇਕੱਠੇ ਹੀ ਸ਼ੇਰ ਉੱਤੇ ਸਿੰਗਾਂ ਨਾਲ ਹਮਲਾ ਕਰ ਦਿੰਦੇ। ਡਰਦਾ ਮਾਰਾ ਸ਼ੇਰ ਦੌੜ ਜਾਂਦਾ। ਬੈਲ ਹੁਣ ਸੁਖੀ ਸੁਖੀ ਜੰਗਲ 'ਚ ਏਕਤਾ ਨਾਲ ਰਹਿਣ ਲੱਗੇ। ਏਕਤਾ 'ਚ ਬੜੀ ਤਾਕਤ ਹੁੰਦੀ ਹੈ। ਸ਼ੇਰ ਵਰਗੇ ਖੂੰਖਾਰ ਜਾਨਵਰ ਦਾ ਮੁਕਾਬਲਾ ਰਲ ਮਿਲ ਕੇ ਹੀ ਕੀਤਾ ਜਾ ਸਕਦਾ ਹੈ। ਬੈਲਾਂ ਨੇ ਲੂੰਬੜੀ ਦੀਆਂ ਸ਼ਿਕਾਇਤਾਂ ਵੱਲ ਵੀ ਧਿਆਨ ਦੇਣਾ ਬੰਦ ਕਰ ਦਿੱਤਾ। ਉਹ ਭਿੰਨ-ਭਿੰਨ ਲੜਾਕੇ ਜਾਨਵਰਾਂ ਦੀਆਂ ਚਾਲਾਂ ਹੁਣ ਸਮਝਣ ਲੱਗ ਪਏ ਸਨ। ਧੰਨਵਾਦ। ਅਗਲੀ ਕਹਾਣੀ ਹੈ ਕਾਂ ਤੇ ਹੰਸ। ਗੋਆ ਬੀਚ ਤੋਂ ਥੋੜ੍ਹੀ ਦੂਰ ਇੱਕ ਬਹੁਤ ਘਣਾ ਜੰਗਲ ਹੈ। ਉਸ 'ਚ ਪੁਰਾਣੇ ਸਮਿਆਂ 'ਚ ਵਿਦਿਆਰਥੀਆਂ ਦਾ ਇੱਕ ਆਸ਼ਰਮ ਸੀ ਜਿਨ੍ਹਾਂ ਨੂੰ ਗੁਰੂ ਚੰਦਰਮੁਖੀ ਪੜ੍ਹਾਉਂਦੇ ਸਨ ਤੇ ਵੇਦਾਂ ਸ਼ਾਸਤਰਾਂ ਦੀ ਸਿੱਖਿਆ ਦਿੰਦੇ ਸਨ। ਵਿਦਿਆਰਥੀਆਂ ਨੇ ਵੀ ਜੰਗਲ 'ਚ ਆਪੋ ਆਪਣੀਆਂ ਝੌਂਪੜੀਆਂ ਰਹਿਣ ਵਾਸਤੇ ਬਣਾਈਆਂ ਹੋਈਆਂ ਸਨ। ਵਿਦਿਆਰਥੀਆਂ ਨੂੰ ਆਸ਼ਰਮ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ, ਪਰ ਕਦੀ-ਕਦੀ ਨੇੜੇ ਪਿੰਡਾਂ ਦੇ ਵਾਸੀ ਵਿਦਿਆਰਥੀਆਂ ਨੂੰ ਘਰ ਬੁਲਾ ਕੇ ਭੋਜਨ ਕਰਵਾਉਂਦੇ ਸੀ। ਆਉਣ ਲੱਗੇ ਵਿਦਿਆਰਥੀ ਨੂੰ ਕੁਝ ਹਲਵਾ, ਖੀਰ ਆਦਿ ਨਾਲ ਬੰਨ੍ਹ ਦਿੰਦੇ ਸਨ। ਬਚੀ ਖੁਚੀ ਜੂਠ ਵਿਦਿਆਰਥੀ ਕਾਵਾਂ ਨੂੰ ਪਾ ਦਿੰਦੇ। ਕੁਝ ਕਾਵਾਂ ਤੇ ਕੌਣੀਆਂ ਨੇ ਵੀ ਜੰਗਲ ਵਿੱਚ ਹੀ ਰੁੱਖਾਂ ਉੱਤੇ ਆਲ੍ਹਣੇ ਪਾਏ ਹੋਏ ਸਨ। ਕਾਂ ਹਲਵਾ ਆਦਿ ਖਾ ਕੇ ਬੜਾ ਖੁਸ਼ ਹੁੰਦੇ। ਚੰਗੀ ਖੁਰਾਕ ਨੇ ਕਾਵਾਂ ਨੂੰ ਬਹੁਤ ਮੋਟਾ ਤੇ ਤਕੜਾ ਕਰ ਦਿੱਤਾ ਸੀ। ਇੱਕ ਕਾਂ ਮੋਟੂ ਬਹੁਤ ਤਕੜਾ ਹੋ ਗਿਆ ਸੀ। ਕੁਝ ਵਿਦਿਆਰਥੀ ਮੋਟੂ ਕਾਂ ਦਾ ਵਿਸ਼ੇਸ਼ ਖਿਆਲ ਰੱਖਦੇ ਸਨ। ਉਹਨੂੰ ਰੱਜ ਕੇ ਹਲਵਾ ਖੀਰ ਖਾਣ ਨੂੰ ਦਿੰਦੇ। ਨੇੜੇ ਇੱਕ ਥਾਂ ਹੰਸਾਂ ਨੇ ਮੱਲੀ ਹੋਈ ਸੀ। ਉਹ ਕਦੇ 10-15 ਦਿਨਾਂ ਮਗਰੋਂ ਜੰਗਲ 'ਚ ਆ ਕੇ 2-3 ਦਿਨ ਠਹਿਰਦੇ। ਹੰਸ ਕਈ ਕਿਸਮ ਦੀਆਂ ਉਡਾਰੀਆਂ ਮਾਰਦੇ ਸਨ, ਜਿਵੇਂ ਸਿੱਧਾ ਉੱਡਣ ਵਾਲੀਆਂ, ਪੁੱਠਾ ਉੱਡਣ ਵਾਲੀਆਂ, ਸੱਜੀ ਧਿਰ ਨੂੰ ਮੁੜਨ ਵਾਲੀਆਂ, ਖੱਬੀ ਨੂੰ ਮੁੜਨ ਵਾਲੀਆਂ, ਖੰਭ ਬੰਦ ਕਰਕੇ ਹੇਠਾਂ ਉਤਰਨ ਵਾਲੀਆਂ, ਪਾਣੀ ਤੋਂ ਸਿੱਧਾ ਉੱਤੇ ਨੂੰ ਜਾਣ ਵਾਲੀਆਂ, ਇਕੱਲੇ ਉੱਡਣਾ ਜਾਂ ਝੁੰਡਾਂ 'ਚ ਉੱਡਣਾ। ਆਸ਼ਰਮ ਦੇ ਵਿਦਿਆਰਥੀਆਂ ਨੇ ਹੰਸਾਂ ਦੀਆਂ ਉਡਾਰੀਆਂ ਵਿੱਚ ਕਾਂ ਨੂੰ ਭੇਜ ਕੇ ਕਾਂ ਨੂੰ ਵੀ ਕਈ ਪ੍ਰਕਾਰ ਦੀਆਂ ਉਡਾਰੀਆਂ ਦਾ ਮਾਹਰ ਬਣਾ ਦਿੱਤਾ ਸੀ। ਇਸ ਕਰਕੇ ਉਹ ਘੁਮੰਡੀ ਹੋ ਗਿਆ ਸੀ। ਇੱਕ ਦਿਨ ਜਦੋਂ ਹੰਸ ਉੱਡਣ ਦੀਆਂ ਤਰਕੀਬਾਂ ਦਾ ਅਭਿਆਸ ਕਰ ਰਹੇ ਸਨ, ਵਿਦਿਆਰਥੀਆਂ ਨੇ ਮੋਟੂ ਕਾਂ ਨੂੰ ਵੀ ਹੰਸਾਂ 'ਚ ਉੱਡਣ ਲਈ ਮਜਬੂਰ ਕਰ ਦਿੱਤਾ। ਕਾਂ ਨੇ ਜਾਂਦਿਆਂ ਹੀ ਵੰਗਾਰ ਦਿੱਤੀ। ਹੰਸਾਂ ਨੂੰ ਕਿਹਾ, ਤੁਸੀਂ ਮੇਰੇ ਨਾਲ ਉਡਾਰੀਆਂ ਦਾ ਮੁਕਾਬਲਾ ਜਿੱਤ ਨਹੀਂ ਸਕਦੇ। ਹੰਸਾਂ ਨੇ ਹੱਸ ਕੇ ਕਿਹਾ, ਮੋਟੂ ਕਾਂ ਜੀ, ਹੰਸ ਭਿੰਨ ਉਡਾਰੀਆਂ ਲਗਾਉਣ ਲਈ ਮਸ਼ਹੂਰ ਹਨ। ਨਾਲੇ ਕਾਂ ਨੂੰ ਹੰਸ ਦਾ ਮੁਕਾਬਲਾ ਕਰਦੇ ਕਦੇ ਸੁਣਿਆ ਨਹੀਂ। ਕਾਂ ਨੇ ਕਿਹਾ, ਤੁਹਾਡੀ ਬੱਸ ਹੋ ਗਈ ਹੈ, ਤੁਸੀਂ ਮੁਕਾਬਲੇ ਵਿੱਚੋਂ ਦੌੜਨਾ ਚਾਹੁੰਦੇ ਹੋ। ਨਹੀਂ, ਇਹ ਗੱਲ ਨਹੀਂ, ਹੰਸਾਂ ਨੇ ਕਿਹਾ ਤੇ ਕਈ ਕਿਸਮ ਦੀਆਂ ਉਡਾਰੀਆਂ ਉੱਡਣ ਲਈ ਕਾਂ ਨੂੰ ਕਿਹਾ। ਕਾਂ ਹੰਸਦਾ ਨਹੀਂ ਸੀ, ਕੇਵਲ ਕਾਂ ਸੀ। ਉਹ ਜਲਦੀ ਥੱਕ ਗਿਆ। ਹੰਸਾਂ ਨੇ ਵੇਖਿਆ ਕਿ ਕਾਂ ਖੰਭ ਬੰਦ ਕਰਕੇ ਹੇਠਾਂ ਨੂੰ ਜਾ ਰਿਹਾ। ਹੰਸ ਸਮਝੇ ਕਿ ਬੰਦ ਖੰਭ ਵਾਲੀ ਉਡਾਰੀ ਲਗਾ ਰਿਹਾ, ਪਾਣੀ ਤੱਕ ਜਾ ਕੇ ਉਹ ਮੁੜ ਉੱਪਰ ਚੜ੍ਹ ਆਏਗਾ। ਪਰ ਹੰਸਾਂ ਨੇ ਵੇਖਿਆ ਕਿ ਕਾਂ 'ਚ ਮੁੜਨ ਦੀ ਹਿੰਮਤ ਨਹੀਂ ਸੀ। ਉਹ ਪਾਣੀ ਤੇ ਡਿੱਗ ਪਿਆ, ਜਲਦੀ ਮਰਨ ਵਾਲਾ ਹੋ ਗਿਆ। ਖੈਰ, ਹੰਸਾਂ ਨੇ ਉਹਨੂੰ ਬਚਾ ਲਿਆ। 2 ਹੰਸ ਉਹਨੂੰ ਵਾਰੋ ਵਾਰੀ ਆਪਣੀ ਪਿੱਠ ਤੇ ਚੁੱਕ ਕੇ ਬਾਹਰ ਲਿਆਏ। ਮੋਟੂ ਦੀ ਜਾਨ 'ਚ ਜਾਨ ਆਈ। ਉਹਨੇ ਹੱਥ ਜੋੜ ਕੇ ਹੰਸਾਂ ਦਾ ਸ਼ੁਕਰੀਆ ਅਦਾ ਕੀਤਾ। ਉਹ ਜਾਣ ਗਿਆ ਕਿ ਹੰਕਾਰ ਬਹੁਤ ਬੁਰੀ ਬਲਾ ਹੈ। ਭਲਾ ਕਾਂ ਹੰਸ ਦਾ ਕੀ ਮੁਕਾਬਲਾ ਕਰ ਸਕਦਾ ਹੈ? ਕਿਸੇ ਨੇ ਠੀਕ ਹੀ ਕਿਹਾ, ਕਊਆ ਚਲਾ ਹੰਸ ਕੇ ਚਾਲ, ਆਪਣੀ ਵੀ ਖੋ ਬੈਠਾ। ਧੰਨਵਾਦ। ਅਖੀਰਲੀ ਕਹਾਣੀ ਹੈ ਰਾਸ਼ਟਰੀ ਪੰਛੀ ਮੋਰ ਦਾ ਸਨਮਾਨ ਸਮਾਰੋਹ। ਜਦੋਂ ਭਾਰਤ ਸਰਕਾਰ ਨੇ ਮੋਰ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਤਾਂ ਸਾਰੇ ਮੋਰ ਬਹੁਤ ਖੁਸ਼ ਹੋਏ। ਉਹਨਾਂ ਨੇ ਆਪਣੇ ਸਨਮਾਨ ਵਿੱਚ ਜੰਗਲ ਦੇ ਸਭ ਤੋਂ ਖੂਬਸੂਰਤ ਭਾਗ ਵਿੱਚ ਇੱਕ ਸਮਾਰੋਹ ਦਾ ਪ੍ਰਬੰਧ ਕੀਤਾ ਤੇ ਜੰਗਲ ਦੇ ਸਾਰੇ ਪੰਛੀਆਂ ਨੂੰ ਸੱਦਾ ਪੱਤਰ ਦਿੱਤਾ। ਸਮਾਗਮ ਵਿੱਚ ਭਾਰਤ ਸਰਕਾਰ ਦੀ ਚਿੱਠੀ ਪੜ੍ਹ ਕੇ ਸੁਣਾਈ ਗਈ। ਉਸ ਵਿੱਚ ਮੋਟੇ ਤੌਰ ਤੇ ਲਿਖਿਆ ਹੋਇਆ ਸੀ, ਸਾਰੇ ਪੰਛੀਆਂ ਵਿੱਚ ਸਭ ਤੋਂ ਵੱਧ
ਮੋਰ ਦੀ ਸੁੰਦਰਤਾ ਵੇਖ ਕੇ, ਉਹਦਾ ਮਜ਼ਬੂਤ ਕੱਦ-ਕਾਠ ਵੇਖ ਕੇ, ਗਾਉਣ ਤੇ ਨੱਚਣ ਦੇ ਗੁਣ ਵੇਖ ਕੇ ਤੇ ਕਿਸਾਨਾਂ ਨੂੰ ਉਹਦੀ ਉਪਯੋਗਤਾ ਵੇਖ ਕੇ ਭਾਰਤ ਸਰਕਾਰ ਸ੍ਰੀਮਾਨ ਮੋਰ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕਰਦੀ ਹੈ। ਮੋਰਾਂ ਨੇ ਵੀ ਸਨਮਾਨ ਸਮਾਰੋਹ 'ਚ ਨਾਚ ਤੇ ਗਾਣਿਆਂ ਦਾ ਪ੍ਰਬੰਧ ਕੀਤਾ। ਮੋਰ ਨੂੰ ਸਭ ਤੋਂ ਉੱਤਮ ਡਾਂਸਰ ਦਾ ਖਿਤਾਬ ਮਿਲਿਆ। ਸਭ ਤੋਂ ਸੁਰੀਲੀ ਆਵਾਜ਼ 'ਚ ਗਾਉਣ ਵਾਸਤੇ ਕੋਇਲ ਨੂੰ ਚੁਣਿਆ ਗਿਆ। ਇਹ ਵੇਖ ਕੇ ਕਾਂ ਨੂੰ ਚੰਗਾ ਨਾ ਲੱਗਾ, ਉੱਠ ਕੇ ਖੜਾ ਹੋ ਗਿਆ। ਇੱਕ ਸਭ ਤੋਂ ਉੱਚੀ ਟਹਿਣੀ ਤੇ ਬੈਠ ਕੇ ਕਾਂ ਨੇ ਕਿਹਾ, ਇਹ ਵੀ ਕਾਲੀ ਹੈ, ਮੈਂ ਵੀ ਕਾਲਾ ਹਾਂ। ਇਹ ਮੇਰੇ ਨਾਲੋਂ ਛੋਟੀ ਹੈ, ਮੈਂ ਵੱਡਾ ਹਾਂ। ਮੈਂ ਵੀ ਚੌਗਿਰਦੇ ਦੀ ਸਫਾਈ 'ਚ ਮਦਦ ਦਿੰਦਾ ਹਾਂ। ਮੈਂ ਇਮਾਨਦਾਰ ਹਾਂ, ਪਰ ਕੋਇਲ ਬੇਈਮਾਨ ਹੈ। ਸਾਡੀ ਆਲਣੇ ਵਿੱਚ ਆਂਡਿਆਂ ਤੇ ਆ ਕੇ ਬਹਿ ਜਾਂਦੀ ਹੈ ਤੇ ਅਸੀਂ ਉਹਦੇ ਬੱਚਿਆਂ ਨੂੰ ਪਾਲਦੇ ਹਾਂ, ਪਰ ਇਹ ਮੁੜ ਕੇ ਸ਼ਕਲ ਵੀ ਨਹੀਂ ਦਿਖਾਉਂਦੀ। ਇਹ ਵੀ ਗਾਉਂਦੀ ਹੈ, ਪਰ ਕੇਵਲ ਬਰਸਾਤ ਵਿੱਚ, ਤੇ ਮੈਂ ਵੀ ਗਾਉਂਦਾ ਤੇ ਸਾਰਾ ਸਾਲ ਗਾਉਂਦਾ ਰਹਿੰਦਾ। ਮੈਂ ਨਹੀਂ ਸਮਝ ਸਕਿਆ ਕਿ ਕੋਇਲ ਨੂੰ ਇਨਾਮ ਕਿਉਂ ਦਿੱਤਾ ਜਾ ਰਿਹਾ ਹੈ ਤੇ ਮੈਨੂੰ ਕਿਉਂ ਨਹੀਂ। ਮੋਰ ਜੀ ਸਾਡੇ ਨਾਲ ਇਨਸਾਫ ਨਹੀਂ ਕਰ ਰਹੇ। ਕਾਂ ਵਾਂਗ ਹੀ ਮੁਰਗੇ ਤੇ ਚੱਕੀ ਰਾਹੀ ਨੇ ਆਪਣੇ ਆਪ ਨੂੰ ਮੋਰ ਤੋਂ ਵੀ ਵੱਧ ਖੂਬਸੂਰਤ ਦੱਸਿਆ ਤੇ ਸਮਾਗਮ ਵਿੱਚੋਂ ਉੱਠ ਕੇ ਚਲੇ ਗਏ। ਸਾਰੇ ਜਾਨਵਰਾਂ ਦੀ ਆਪਸ 'ਚ ਲੜਾਈ ਹੋ ਪਈ। ਗੜਪੌਂਗ ਨੇ ਮੁਸ਼ਕਿਲ ਨਾਲ ਮੌਕਾ ਸੰਭਾਲਿਆ। ਇੱਕ ਦਿਨ ਕਾਂ ਨੇ ਸੁਣਿਆ ਕਿ ਕੋਇਲ ਨੂੰ ਇੰਦਰ ਦੇਵਤਾ ਨੇ ਸੰਗੀਤ ਕੰਪੀਟੀਸ਼ਨ ਵਿੱਚ ਅਵਲ ਰਹਿਣ ਕਰਕੇ ਕਾਂਟੇ, ਹਾਰ ਤੇ ਝਾਂਜਰਾਂ ਇਨਾਮ 'ਚ ਦਿੱਤੀਆਂ ਹਨ। ਕਾਂ ਤੋਂ ਇਹ ਬਰਦਾਸ਼ਤ ਨਾ ਹੋਇਆ। ਉਹ ਕੋਇਲ ਨੂੰ ਬੁਰਾ ਭਲਾ ਕਹਿਣ ਲੱਗਿਆ। ਉਹਨੇ ਕੋਇਲ ਨੂੰ ਚੋਰ ਨਹੀਂ ਕਿਹਾ, ਪਰ ਕੋਇਲ ਨੇ ਰਾਜਾ ਇੰਦਰ ਭਗਵਾਨ ਤੋਂ ਪ੍ਰਾਪਤ ਕੀਤੇ ਇਨਾਮਾਂ ਦੀ ਗੱਲ ਖੋਲ੍ਹ ਕੇ ਦੱਸੀ, ਪਰ ਕਾਂ ਨੂੰ ਯਕੀਨ ਹੀ ਨਹੀਂ ਆਇਆ। ਉਸੇ ਵੇਲੇ ਕਾਂ ਇੰਦਰ ਦੇ ਦਰਬਾਰ 'ਚ ਗਿਆ। ਉਹਦੇ ਭਾਗਾਂ ਨੂੰ ਉਸ ਦਿਨ ਵੀ ਇੰਦਰ ਰਾਜਾ ਦੇ ਦਰਬਾਰ 'ਚ ਸੰਗੀਤ ਮੁਕਾਬਲਾ ਹੋ ਰਿਹਾ ਸੀ। ਜਦੋਂ ਕਾਂ ਕੰਪੀਟੀਸ਼ਨ 'ਚ ਗਾਉਣ ਲੱਗਾ, ਉਹਦੀ ਕਾਂ ਨੇ ਹਰੇਕ ਨੂੰ ਨਾਰਾਜ਼ ਕੀਤਾ। ਹਰੇਕ ਨੇ ਕਾਂ ਦੀ ਥੂ ਕੀਤੀ ਤੇ ਡੰਡੇ ਮਾਰ ਕੇ ਉਹਨੂੰ ਦਰਬਾਰ ਤੋਂ ਬਾਹਰ ਕੱਢ ਦਿੱਤਾ। ਉਹ ਪਹਿਲਾਂ ਡਾਕਟਰ ਕੋਲ ਗਿਆ, ਜ਼ਖਮਾਂ ਤੇ ਦਵਾਈ ਲਗਵਾਈ ਤੇ ਚੁੰਝ ਤੇ ਪੈਰਾਂ ਤੇ ਪੱਟੀਆਂ ਬਣਵਾਈਆਂ ਤੇ ਅਥਰੂ ਕੇਰਦਾ ਸੁੰਨੀ ਬੇਰੀ ਤੇ ਬਣੇ ਆਪਣੇ ਆਲਣੇ 'ਚ ਜਾ ਬੈਠਾ। ਆਲਣੇ 'ਚ ਕੋਇਲ ਪਹਿਲਾਂ ਹੀ ਬੈਠੀ ਸੀ। ਕੋਇਲ ਨੇ ਕਾਂ ਨੂੰ ਬੜੇ ਪਿਆਰ ਨਾਲ ਕਿਹਾ, ਚਾਚਾ ਕਾਂ ਜੀ, ਤੁਸੀਂ ਮੰਨ ਲਓ ਕਿ ਤੁਹਾਡੀ ਆਵਾਜ਼ ਬੰਦੇ ਪਸੰਦ ਨਹੀਂ ਕਰਦੇ। ਤੁਸੀਂ ਮੇਰਾ ਮੁਕਾਬਲਾ ਨਾ ਕਰਿਆ ਕਰੋ, ਵਰਨਾ ਅਜਿਹੀ ਹਾਲਤ ਤੁਹਾਡੀ ਹਰ ਰੋਜ਼ ਹੋਇਆ ਕਰੇਗੀ। ਕਾਂ ਨੇ ਸਹਿਜੇ ਕਿਹਾ, ਤੁਹਾਡੀ ਗੱਲ ਤਾਂ ਠੀਕ ਹੈ, ਮੈਂ ਅੱਜ ਤੋਂ ਕਿਸੇ ਪੰਛੀ ਦਾ ਮੁਕਾਬਲਾ ਨਹੀਂ ਕਰਾਂਗਾ। ਇਹ ਆਲਣਾ ਵੀ ਤੂੰ ਹੀ ਲੈ ਲੈ। ਇਹ ਕਹਿੰਦਾ ਹੋਇਆ ਕਾਂ ਉੱਡ ਗਿਆ। ਧੰਨਵਾਦ। ਸਮਾਪਤ।